Lesson 6 on saying please, written by A.G. Gardiner. This essay tells us about the value of good manners. ਇਹ ਲੇਖ ਸਾਨੂੰ ਚੰਗੇ ਤੌਰ ਤਰੀਕਿਆਂ ਦੀ ਕੀਮਤ ਬਾਰੇ ਦੱਸਦਾ ਹੈ। ਬੈਡ ਮੈਨਰਸ ਆਰ ਐਂਟੀ ਸੋਸ਼ਲ। ਬੁਰੇ ਤੌਰ ਤਰੀਕੇ ਸਮਾਜ ਵਿਰੋਧੀ ਹੁੰਦੇ ਹਨ, ਬਟ ਦੇ ਆਰ ਨੋਟ ਅ ਕ੍ਰਾਈਮ ਇਨ ਦ ਆਈਜ਼ ਆਫ ਦ ਲਾਅ। ਪਰ ਇਹ ਕਿਸੇ ਵੀ ਕਾਨੂੰਨ ਦੀ ਨਜ਼ਰਾਂ ਦੇ ਵਿੱਚ ਗੁਨਾਹ ਨਹੀਂ ਹੁੰਦਾ। ਐਂਡ ਦੇਅਰਫੋਰ ਦ ਲਾਅ ਡਜ਼ ਨੋਟ ਪਰਮਿਟ ਅਸ ਟੂ ਹਿੱਟ ਬੈਕ ਇਫ ਵੀ ਹੈਵ ਬੀਨ ਦ ਵਿਕਟਮਸ ਆਫ ਬੈਡ ਮੈਨਰਸ। ਇਸ ਕਰਕੇ ਕੋਈ ਵੀ ਦੁਨੀਆ ਦਾ ਕਾਨੂੰਨ ਸਾਨੂੰ ਇਹ ਆਗਿਆ ਨਹੀਂ ਦਿੰਦਾ ਕਿ ਜੇ ਕੋਈ ਵਿਅਕਤੀ ਸਾਡੇ ਨਾਲ ਬੁਰਾ ਵਰਤਾਵ ਕਰਦਾ ਹੈ, ਭਾਵ ਬੁਰੇ ਤੌਰ ਤਰੀਕਿਆਂ ਦਾ ਪ੍ਰਦਰਸ਼ਨ ਕਰਦਾ ਹੈ ਸਾਡੇ ਨਾਲ, ਤੇ ਅਸੀਂ ਉਹਨੂੰ ਹਿੱਟ ਬੈਕ ਕਰੀਏ ਜਾਂ ਉਹਦੇ 'ਤੇ ਹਮਲਾ ਕਰੀਏ ਜਾਂ ਉਹਦੇ ਖਿਲਾਫ ਕੋਈ ਕੇਸ ਦਰਜ ਕਰੀਏ। ਸੋ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਵੀਜ਼ਨ ਦੁਨੀਆ ਦੇ ਕਿਸੇ ਵੀ ਕਾਨੂੰਨ ਵਿੱਚ ਨਹੀਂ ਹੈ। ਪੀਪਲ ਬਿਗਿਨ ਟੂ ਅਵੋਇਡ ਅ ਮੈਨ ਵਿਦ ਬੈਡ ਮੈਨਰਸ। ਲੋਕ ਬੁਰੇ ਤੌਰ ਤਰੀਕਿਆਂ ਵਾਲੇ ਵਿਅਕਤੀ ਨੂੰ ਅਵੋਇਡ ਕਰਨਾ ਸ਼ੁਰੂ ਕਰ ਦਿੰਦੇ ਹਨ, ਭਾਵ ਉਸ ਤੋਂ ਪਰਹੇਜ਼ ਰੱਖਣਾ ਸ਼ੁਰੂ ਕਰ ਦਿੰਦੇ ਹਨ। ਅ ਪਰਸਨ ਵਿਦ ਗੁੱਡ ਮੈਨਰਸ ਬ੍ਰਿੰਗਸ ਅਸ ਹੈਪੀਨੈਸ। ਚੰਗੇ ਤੌਰ ਤਰੀਕਿਆਂ ਵਾਲਾ ਵਿਅਕਤੀ ਸਾਨੂੰ ਖੁਸ਼ੀ ਦਿੰਦਾ ਹੈ। ਹਿਸ ਕੰਪਨੀ ਇਜ਼ ਇੰਡੀਡ ਵੈਰੀ ਪਲੇਜ਼ੈਂਟ। ਉਸ ਦੀ ਸੰਗਤ ਯਕੀਨਨ ਹੀ ਬਹੁਤ ਸੁਹਾਵਣੀ ਹੁੰਦੀ ਹੈ। ਦਿਸ ਐਸੇ ਡੀਲਸ ਵਿਦ ਲਿਟਲ ਬਟ ਸੋਸ਼ਲੀ ਇੰਪੋਰਟੈਂਟ ਇਨਸੀਡੈਂਟਸ ਫਰੋਮ ਡੇਲੀ ਲਾਈਫ। ਇਹ ਨਿਬੰਧ ਥੋੜ੍ਹੀਆਂ ਪਰ ਸਮਾਜਿਕ ਤੌਰ 'ਤੇ ਬਹੁਤ ਹੀ ਮਹੱਤਵਪੂਰਨ ਘਟਨਾਵਾਂ ਜੋ ਕਿ ਸਾਡੀ ਡੇਲੀ ਲਾਈਫ ਦੇ ਵਿੱਚੋਂ ਲਈਆਂ ਗਈਆਂ ਹਨ ਉਸ ਬਾਰੇ ਦੱਸਦਾ ਹੈ। ਇਟ ਸ਼ੋਜ਼ ਅਸ ਦ ਇੰਪੋਰਟੈਂਸ ਆਫ ਵਰਡਸ ਲਾਈਕ ਪਲੀਜ਼ ਐਂਡ ਥੈਂਕ ਯੂ ਇਨ ਆਵਰ ਐਵਰੀਡੇ ਲਾਈਫ। ਇਹ ਪਲੀਜ਼ ਅਤੇ ਥੈਂਕ ਯੂ ਵਰਗੇ ਸ਼ਬਦਾਂ ਦੀ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਮਹੱਤਤਾ ਨੂੰ ਦਰਸਾਉਂਦਾ ਹੈ। ਦੇ ਸੈਟਲ ਬਿਟਲ ਕੁਆਲਸ ਐਂਡ ਸੋਫਨ ਬੈਡ ਟੈਂਪਰਸ। ਇਹ ਉਹ ਸ਼ਬਦ ਹਨ ਜੋ ਕਿ ਇੱਕ ਬਹੁਤ ਹੀ ਜ਼ਿਆਦਾ ਭਿਆਨਕ ਲੜਾਈ ਅਤੇ ਇੱਕ ਬਹੁਤ ਹੀ ਕ੍ਰੋਧੀ ਸੁਭਾਅ ਨੂੰ ਸੈਟਲ ਕਰ ਦਿੰਦੇ ਹਨ, ਭਾਵ ਸ਼ਾਂਤ ਕਰ ਦਿੰਦੇ ਹਨ। ਲੈਟਸ ਸਟਾਰਟ ਦਿਸ ਐਸੇ। The young liftman in a city office who threw a passenger out of his lift the other morning। ਕਿ ਸਿਟੀ ਆਫਿਸ ਦੇ ਵਿੱਚ ਲਿਫਟਮੈਨ ਵਜੋਂ ਕੰਮ ਕਰਦੇ ਇੱਕ ਨੌਜਵਾਨ ਨੇ ਇੱਕ ਪੈਸੇਂਜਰ ਨੂੰ, ਇੱਕ ਯਾਤਰੀ ਨੂੰ ਆਪਣੀ ਲਿਫਟ ਦੇ ਵਿੱਚੋਂ ਇੱਕ ਸਵੇਰ ਨੂੰ ਬਾਹਰ ਧਕੇਲ ਦਿੱਤਾ। ਐਂਡ ਵਾਜ਼ ਫਾਈਨਡ ਫॉर द offense। ਅਤੇ ਉਸ ਨੂੰ ਇਸ ਗੁਨਾਹ ਲਈ ਫਾਈਨ ਵੀ ਕੀਤਾ ਗਿਆ। ਵਾਜ਼ ਅਨਡਾਊਟਡਲੀ ਇਨ ਦ ਰੋਂਗ। ਕਿ ਜਿਹੜਾ ਬੇਸ਼ੱਕ ਇੱਕ ਗਲਤ ਕੰਮ ਸੀ। ਇਟ ਵਾਜ਼ ਅ ਕੁਐਸਚਨ ਆਫ ਪਲੀਜ਼। ਇਸ ਸਭ ਕਾਰੇ ਦੇ ਪਿੱਛੇ ਜੋ ਸ਼ਬਦ ਸੀ ਉਹ ਸੀ ਪਲੀਜ਼। ਦ ਕੰਪਲੇਨੈਂਟ ਐਂਟਰਿੰਗ ਦ ਲਿਫਟ ਸੈਡ ਟੌਪ। ਸ਼ਿਕਾਇਤਕਰਤਾ ਜਦੋਂ ਲਿਫਟ ਦੇ ਅੰਦਰ ਐਂਟਰ ਹੋਇਆ ਤਾਂ ਉਸਨੇ ਕਿਹਾ ਟੌਪ, ਕਿ ਮੈਂ ਉੱਪਰਲੀ ਮੰਜ਼ਿਲ ਤੇ ਜਾਣਾ ਹੈ। ਦ ਲਿਫਟਮੈਨ ਡਿਮਾਂਡਡ ਟੌਪ ਪਲੀਜ਼। ਤਾਂ ਜਦੋਂ ਲਿਫਟਮੈਨ ਨੇ ਸਿਰਫ ਟੌਪ ਸੁਣਿਆ ਤਾਂ ਉਸਨੇ ਉਸ ਵਿਅਕਤੀ ਨੂੰ ਕਿਹਾ ਕਿ ਟੌਪ ਨਹੀਂ, ਟੌਪ ਪਲੀਜ਼ ਕਹੋ। ਐਂਡ ਦਿਸ ਕੰਸੈਸ਼ਨ being refused, he not only declined to comply with the instruction but hurled the passenger out of the lift। ਤੇ ਜਦੋਂ ਉਸ ਦੀ ਇਹ ਗੱਲ ਰਿਫਿਊਜ਼ ਕਰ ਦਿੱਤੀ ਗਈ ਕਿ ਲਿਫਟ ਵਿੱਚ ਯਾਤਰਾ ਕਰਨ ਵਾਲੇ ਨੇ ਪਲੀਜ਼ ਕਹਿਣ ਤੋਂ ਇਨਕਾਰ ਕਰ ਦਿੱਤਾ, ਤਾਂ ਲਿਫਟਮੈਨ ਨੇ ਨਾ ਸਿਰਫ ਉਸ ਦੀ ਹਦਾਇਤ ਮੰਨਣ ਤੋਂ ਇਨਕਾਰ ਕੀਤਾ ਬਲਕਿ ਉਸ ਨੂੰ ਲਿਫਟ ਦੇ ਵਿੱਚੋਂ ਬਾਹਰ ਧਕੇਲ ਦਿੱਤਾ। This, of course, was carrying a comment on manners too far। ਇਹ ਯਕੀਨਨ ਹੀ ਕਿਸੇ ਦੇ ਤੌਰ ਤਰੀਕਿਆਂ ਉੱਤੇ ਹੀ ਇੱਕ ਸਵਾਲ ਚਿੰਨ੍ਹ ਹੈ। Discourtesy is not a legal offense। ਕਿ ਅਸਭਿਅਤਾ ਕੋਈ ਕਾਨੂੰਨੀ ਜੁਰਮ ਨਹੀਂ ਹੈ। ਐਂਡ ਇਟ ਡਜ਼ ਨੋਟ ਐਕਸਕਿਊਜ਼ ਅਸੌਲਟ ਐਂਡ ਬੈਟਰੀ। ਤੇ ਨਾ ਹੀ ਇਹ ਕਾਰਨ ਬਣਦਾ ਹੈ ਕਿ ਕੋਈ ਸਾਡੇ ਨਾਲ ਬੁਰਾ ਵਿਵਹਾਰ ਕਰੇ ਤੇ ਅਸੀਂ ਉਸ ਤੇ ਹਮਲਾ ਕਰੀਏ ਤੇ ਉਸ ਨਾਲ ਮਾਰਪੀਟ ਕਰੀਏ। ਇਹ ਕੋਈ ਕਾਰਨ ਨਹੀਂ ਬਣਦਾ। ਇਫ ਅ ਬਰਗਲਰ ਬ੍ਰੇਕਸ ਇਨਟੂ ਮਾਈ ਹਾਊਸ। ਜੇ ਸੰਨ ਲਾ ਕੇ ਚੋਰੀ ਕਰਨ ਵਾਲਾ ਚੋਰ ਮੇਰੇ ਘਰ ਦੀ ਦੀਵਾਰ ਨੂੰ ਤੋੜਦਾ ਹੈ ਐਂਡ ਆਈ ਨੌਕ ਹਿਮ ਡਾਊਨ, ਤੇ ਮੈਂ ਉਸ ਨੂੰ ਮਾਰ ਕੇ ਨੀਚੇ ਗਿਰਾ ਦਿੰਦਾ ਹਾਂ। ਦ
the law will acquit me, ਤਾਂ ਕਾਨੂੰਨ ਮੈਨੂੰ ਛੱਡ ਦੇਵੇਗਾ। and if I am physically assaulted, ਤੇ ਜੇ ਮੇਰੇ ਉੱਤੇ ਸਰੀਰਕ ਰੂਪ ਤੇ ਹਮਲਾ ਹੁੰਦਾ ਹੈ, ਭਾਵ ਮੇਰੇ ਤੇ ਕੋਈ ਜਾਨੀ ਹਮਲਾ ਹੁੰਦਾ ਹੈ, it will permit me to retaliate with reasonable violence, ਤਾਂ ਇਹ ਕਾਨੂੰਨ ਮੈਨੂੰ ਆਪਣਾ ਬਚਾਅ ਕਰਨ ਲਈ ਯੋਗ ਹਿੰਸਾ ਕਰਨ ਦੀ ਆਗਿਆ ਦਿੰਦਾ ਹੈ, ਜਿਹਨੂੰ ਸਵੈ ਰੱਖਿਆ ਕਿਹਾ ਜਾਂਦਾ ਹੈ। it does this because the burglar and my assailant have broken quite definite commands of the law, ਇਹ ਮੈਨੂੰ ਇਸ ਕਰਕੇ ਆਗਿਆ ਦਿੰਦਾ ਹੈ ਕਿ ਮੇਰੇ ਘਰ 'ਚ ਆਇਆ ਚੋਰ ਅਤੇ ਮੇਰੇ ਤੇ ਹਮਲਾ ਕਰਨ ਵਾਲਾ ਹਮਲਾਵਰ, ਉਹਨਾਂ ਨੇ ਵੀ ਕਾਨੂੰਨ ਦੀਆਂ ਕਈ ਧਾਰਾਵਾਂ ਦਾ ਉਲੰਘਣ ਕੀਤਾ। ਬਟ ਨੋ ਲੀਗਲ ਸਿਸਟਮ ਕੁਡ ਅਟੈਂਪਟ ਟੂ ਲੈਜਿਸਲੇਟ ਅਗੇਂਸਟ ਬੈਡ ਮੈਨਰਸ। ਲੈਜਿਸਲੇਟ ਹੁੰਦਾ ਕਾਨੂੰਨ ਬਣਾਉਣਾ, ਪਰ ਕੋਈ ਵੀ ਕਾਨੂੰਨੀ ਢਾਂਚਾ ਕਿਸੇ ਵੀ ਬੁਰੇ ਤੌਰ ਤਰੀਕਿਆਂ ਦੇ ਖਿਲਾਫ ਕੋਈ ਕਾਨੂੰਨ ਨਹੀਂ ਬਣਾਉਂਦਾ, ਔਰ ਕੁਡ ਸੈਂਕਸ਼ਨ ਦਾ ਯੂਜ਼ ਆਫ ਵਾਇਲੈਂਸ ਅਗੇਂਸਟ ਸਮਥਿੰਗ ਵਿਚ ਇਟ ਡਸ ਨਾਟ ਇਟਸੈਲਫ ਰੈਕਗਨਾਈਜ਼ ਐਜ਼ ਅ ਲੀਗਲੀ ਪਨਿਸ਼ੇਬਲ ਆਫੈਂਸ। ਤੇ ਕਿਸੇ ਦਾ ਬੁਰਾ ਵਿਵਹਾਰ ਜੋ ਕਿ ਕਾਨੂੰਨੀ ਤੌਰ ਤੇ ਪਨਿਸ਼ੇਬਲ ਨਾ ਹੋਵੇ, ਭਾਵ ਦੰਡਯੋਗ ਨਾ ਹੋਵੇ, ਤਾਂ ਉਸ ਬੁਰੇ ਵਿਵਹਾਰ ਦੇ ਖਿਲਾਫ ਹਿੰਸਾ ਦਾ ਪ੍ਰਯੋਗ ਕਰਨ ਲਈ ਕੋਈ ਵੀ ਕਾਨੂੰਨ ਰეკਮੈਂਡ ਨਹੀਂ ਕਰ ਸਕਦਾ। ਐਂਡ ਵਾਟਐਵਰ ਆਰ ਸਿੰਪਥੀ ਵਿਦ ਦ ਲਿਫਟਮੈਨ, ਅਤੇ ਚਾਹੇ ਕਿਸੇ ਤਰ੍ਹਾਂ ਦੀ ਵੀ ਹਮਦਰਦੀ ਸਾਡੀ ਲਿਫਟਮੈਨ ਦੇ ਨਾਲ ਹੋਵੇ, ਵੀ ਮਸਟ ਐਡਮਿਟ ਦੈਟ ਦ ਲਾਅ ਇਜ਼ ਰੀਜ਼ਨੇਬਲ। ਸਾਨੂੰ ਇਹ ਮੰਨਣਾ ਹੀ ਪਵੇਗਾ ਕਿ ਕਾਨੂੰਨ ਉਚਿਤ ਹੈ। ਇਟ ਵੁੱਡ ਨੈਵਰ ਡੂ ਇਫ ਵੀ ਵਰ ਐਟ ਲਿਬਰਟੀ ਟੂ ਬਾਕਸ ਪੀਪਲਜ਼ ਈਅਰਸ ਬਿਕੋਜ਼ ਵੀ ਡੂ ਨਾਟ ਲਾਈਕ ਦੇਅਰ ਬਿਹੇਵੀਅਰ, ਕਿ ਅਸੀਂ ਉਹਨਾਂ ਲੋਕਾਂ ਦੇ ਕੰਨਾਂ ਦੇ ਥੱਲੇ ਜ਼ੋਰ ਦੀ ਚਪੇੜ ਲਗਾਈਏ ਜਿਨ੍ਹਾਂ ਦਾ ਬਿਹੇਵੀਅਰ ਸਾਨੂੰ ਪਸੰਦ ਨਹੀਂ ਹੈ, ਔਰ ਦ ਟੋਨ ਆਫ ਦੇਅਰ ਵਾਇਸਿਸ, ਜਾਂ ਸਾਨੂੰ ਉਹਨਾਂ ਦੀ ਆਵਾਜ਼ ਦੀ ਟੋਨ ਨਹੀਂ ਪਸੰਦ, ਔਰ ਦ ਸਕਾਊਲ ਆਫ ਦੇਅਰ ਫੇਸਿਸ, ਜਾਂ ਸਾਨੂੰ ਉਹਨਾਂ ਦੇ ਚਿਹਰਿਆਂ ਦੀਆਂ ਤਿਊੜੀਆਂ ਨਹੀਂ ਪਸੰਦ। Our fists would never be idle, ਤਾਂ ਸਾਡੇ ਪੰਚੇਸ ਭਾਵ ਸਾਡੇ ਮੁੱਕੇ ਕਦੀ ਵੀ ਵਿਹਲੇ ਨਹੀਂ ਬੈਠਣਗੇ, ਭਾਵ ਇਹ ਇੱਕ ਦੂਜੇ ਨੂੰ ਕੁੱਟਦੇ ਹੀ ਰਹਿਣਗੇ, ਅਤੇ ਸਾਡੇ ਸ਼ਹਿਰ ਦੇ ਗਟਰਾਂ ਵਿੱਚ ਪਾਣੀ ਦੀ ਜਗ੍ਹਾ ਸਾਰਾ ਦਿਨ ਖੂਨ ਹੀ ਦੌੜਦਾ ਰਹੇਗਾ ਕਾਨੂੰਨ ਦੀ ਅਣਹੋਂਦ ਵਿੱਚ। I may be as uncivil as I may please, ਮੈਂ ਚਾਹੇ ਜਿੰਨਾ ਚਾਹਾਂ ਓਨਾ ਅਸ਼ਿਸ਼ਟ ਹੋ ਜਾ, ਭਾਵ ਜੇ ਮੈਨੂੰ ਅਸ਼ਿਸ਼ਟ ਹੋਣ ਤੇ, ਭਾਵ ਜੇ ਮੈਨੂੰ ਬੁਰੇ ਵਿਵਹਾਰ ਵਾਲਾ ਪੁਰਸ਼ ਬਣਨ ਤੇ ਖੁਸ਼ੀ ਮਿਲਦੀ ਹੈ, ਤਾਂ ਮੈਂ ਆਪਣੀ ਖੁਸ਼ੀ ਦੀ ਹੱਦ ਤੱਕ ਬੁਰਾ ਵਿਵਹਾਰਕ ਪੁਰਸ਼ ਬਣ ਜਾਵਾਂ, ਭਾਵ ਅਸ਼ਿਸ਼ਟ ਹੋ ਜਾਵਾਂ। ਐਂਡ ਦ ਲਾਅ ਵਿਲ ਪ੍ਰੋਟੈਕਟ ਮੀ ਅਗੇਂਸਟ ਵਾਇਲੈਂਟ ਰਿਟੈਲੀਏਸ਼ਨ, ਅਤੇ ਕਾਨੂੰਨ ਮੈਨੂੰ ਮੇਰੀ ਸਵੈ ਰੱਖਿਆ ਲਈ ਉਠਾਏ ਗਏ ਹਿੰਸਕ ਕਦਮਾਂ ਲਈ ਵੀ ਪ੍ਰੋਟੈਕਟ ਕਰੇਗਾ, ਭਾਵ ਇਹ ਦੇਖੇਗਾ ਕਿ ਜੇ ਮੈਂ ਹਿੰਸਾ ਦਾ ਰਾਹ ਚੁਣਿਆ ਤਾਂ ਮੈਂ ਆਪਣੀ ਸਵੈ ਰੱਖਿਆ ਲਈ ਚੁਣਿਆ ਹੈ। ਆਈ ਮੇ ਬੀ ਹੌਟੀ ਔਰ ਬੁਰਿਸ਼, ਹੌਟੀ ਹੁੰਦਾ ਅਭਿਮਾਨੀ, ਬੁਰਿਸ਼ ਹੁੰਦਾ ਅਸਭ्य ਗਵਾਰ, ਕਿ ਮੈਂ ਚਾਹੇ ਕਿੰਨਾ ਵੀ ਅਭਿਮਾਨੀ ਕਿਉਂ ਨਾ ਬਣ ਜਾਵਾਂ, ਮੈਂ ਚਾਹੇ ਕਿੰਨਾ ਵੀ ਗਵਾਰ ਕਿਉਂ ਨਾ ਬਣ ਜਾਵਾਂ, ਐਂਡ देयर इज नो ਪੈਨਲਟੀ ਟੂ ਪੇ, ਤਾਂ ਵੀ ਮੈਨੂੰ ਕੋਈ ਫਾਈਨ ਨਹੀਂ ਲੱਗੇਗਾ, ਐਕਸੈਪਟ ਦਾ ਪੈਨਲਟੀ ਆਫ ਬੀਇੰਗ ਰਿਟਨ ਡਾਊਨ ਐਨ ਇਲ ਮੈਨਰਡ ਫੈਲੋ, ਬਸ ਵੱਧ ਤੋਂ ਵੱਧ ਮੈਨੂੰ ਇਹੀ ਫਾਈਨ ਲੱਗੇਗਾ ਕਿ ਮੇਰੇ ਨਾਂ ਦੇ ਨਾਲ ਕਿਹਾ ਜਾਣ ਲੱਗ ਪਏਗਾ ਕਿ ਇਹ ਬੁਰੇ ਵਿਵਹਾਰ ਵਾਲਾ ਵਿਅਕਤੀ ਹੈ। The law does not compel me to say please, ਕਾਨੂੰਨ ਮੇਰੇ ਤੇ ਬਿਲਕੁਲ ਜ਼ੋਰ ਜ਼ਬਰਦਸਤੀ ਨਹੀਂ ਕਰੇਗਾ ਕਿ ਮੈਂ ਕਿਸੇ ਨੂੰ ਪਲੀਜ਼ ਕਹਾਂ, or to attune my voice to other people's sensibilities anymore, ਅਤੇ ਕਾਨੂੰਨ ਇਸ ਗੱਲ ਤੇ ਵੀ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦਾ ਕਿ ਮੈਂ ਦੂਜੇ ਲੋਕਾਂ ਦੀਆਂ ਸੰਵੇਦਨਸ਼ੀਲਤਾ ਦੇ ਹਿਸਾਬ ਨਾਲ ਆਪਣੀ ਆਵਾਜ਼ ਨੂੰ ਅਨੁਕੂਲ ਕਰਾਂ। Then it says that I shall not wax mustache or dye my hair or wear ringlets down my back, ਤੇ ਕਾਨੂੰਨ ਮੈਨੂੰ ਆਪਣੀਆਂ ਮੁੱਛਾਂ ਨੂੰ ਕਟਾਉਣ ਅਤੇ ਆਪਣੇ ਵਾਲਾਂ ਨੂੰ ਰੰਗਣ, ਅਤੇ ਕਾਨੂੰਨ ਮੈਨੂੰ ਇਸ ਲਈ ਵੀ ਮਜਬੂਰ ਨਹੀਂ ਕਰ ਸਕਦਾ ਕਿ ਮੈਂ ਆਪਣੇ ਵਾਲਾਂ ਦੇ ਛੱਲੇ ਬਣਾਵਾਂ, ਭਾਵ ਉਹਨਾਂ ਨੂੰ ਕੁੰਗਰਾਲੇ ਕਰਕੇ ਆਪਣੀ ਪਿੱਠ ਤੇ ਲਟਕਾਵਾਂ। It does not recognize the laceration of our feelings as a case of compensation. Laceration ਦੇ ਦੋ ਮੀਨਿੰਗ ਹੁੰਦੇ ਆ, ਇੱਕ ਤਾਂ ਹੁੰਦਾ ਹੈ ਜ਼ਖਮ ਤੇ ਇੱਕ ਹੁੰਦਾ ਕਿਸੇ ਨੂੰ ਲੰਗੜਾ ਕਰ ਦੇਣਾ। ਸੋ ਇੱਥੇ ਇਸ ਦਾ ਮਤਲਬ ਹੈ ਜ਼ਖਮ, ਕਿ ਇੱਕ ਵਿਅਕਤੀ ਦੇ ਬੁਰੇ ਵਿਵਹਾਰ ਨਾਲ ਜੋ ਸਾਡੀਆਂ ਫੀਲਿੰਗਸ ਜ਼ਖਮੀ ਹੁੰਦੀਆਂ ਹਨ, ਤੇ ਕਾਨੂੰਨ ਕਦੀ ਵੀ ਸਾਡੀਆਂ ਹਰਟ ਹੋਈਆਂ ਫੀਲਿੰਗਸ ਨੂੰ ਨਹੀਂ ਦੇਖਦਾ ਜਿਹਦੇ ਨਾਲ ਕਿ ਸਾਡੇ ਜ਼ਖਮਾਂ ਦੀ ਭਰਪਾਈ ਹੋਵੇ। There is no allowance for moral and intellectual damages in these matters.
ਕਿ ਕਾਨੂੰਨ ਦੀਆਂ ਮੱਦਾਂ ਦੇ ਵਿੱਚ ਇਹੋ ਜਿਹੇ ਨੈਤਿਕ ਅਤੇ ਬੌਧਿਕ ਰੂਪ ਵਿੱਚ ਹੋਏ ਨੁਕਸਾਨ ਦੇ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੇ ਹਰਜਾਨੇ ਦੀ ਕੋਈ ਜਗ੍ਹਾ ਨਹੀਂ ਹੈ। This does not mean that the damages are negligible, ਕਿ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਜੋ ਸਾਡੇ ਇਮੋਸ਼ਨਸ ਨੂੰ ਨੁਕਸਾਨ ਪਹੁੰਚਦਾ ਹੈ ਉਹ ਅਣਗੌਲਿਆ ਕਰ ਦੇਣਾ ਚਾਹੀਦਾ ਹੈ ਜਾਂ ਉਸ ਵੱਲ ਧਿਆਨ ਨਹੀਂ ਦਿੱਤਾ ਜਾਂਦਾ। It is probable, ਇਹ ਵੀ ਸੰਭਵ ਹੈ that the liftman was much more acutely hurt, ਕਿ ਹੋ ਸਕਦਾ ਹੈ ਉਸ ਲਿਫਟਮੈਨ ਨੂੰ ਵੀ ਬੁਰੀ ਤਰ੍ਹਾਂ ਠੇਸ ਪਹੁੰਚੀ ਹੋਵੇ by what he regarded as a slur upon his social standing, ਕਿ ਸ਼ਾਇਦ ਉਸਨੇ ਇਹ ਸੋਚਿਆ ਹੋਵੇ ਕਿ ਪਲੀਜ਼ ਤੇ ਸੌਰੀ ਨਾ ਕਹਿਣ ਤੋਂ ਭਾਵ ਹੈ ਕਿ ਸਮਾਜਿਕ ਮੁੱਲਾਂ ਦੀ ਅਣਦੇਖੀ ਕਰਨਾ। ਸਲਰ ਹੁੰਦਾ ਅਣਦੇਖੀ ਕਰਨਾ, ਅਪੇਕਸ਼ਾ ਕਰਨੀ ਕਿਸੇ ਚੀਜ਼ ਦੀ। then he would have been if he had a kick on the shin for which he could have got a legal redress। shin ਹੁੰਦਾ ਪੈਰ ਦਾ ਅਗਲਾ ਹਿੱਸਾ ਜਿਹਨੂੰ ਅਸੀਂ ਠੁੱਡ ਕਹਿੰਦੇ ਹਾਂ। ਲੀਗਲ ਰਿਡਰੈਸ ਹੁੰਦਾ ਅਨਿਆਂ ਦੇ ਖਿਲਾਫ ਕਿਸੇ ਦੀ ਪ੍ਰਤੀਕਿਰਿਆ ਹੋਣੀ, ਭਾਵ ਜੇ ਤੁਹਾਡੇ ਤੇ ਕੋਈ ਅਨਿਆਂ ਹੋਇਆ ਤੁਸੀਂ ਉਹਦੇ ਖਿਲਾਫ ਪ੍ਰਤੀਕਿਰਿਆ ਕੀ ਕਰ ਸਕਦੇ ਹੋ ਕਿ ਉਹਦੇ ਖਿਲਾਫ ਕੰਪਲੇਂਟ ਕਰ ਸਕਦੇ ਹੋ, ਕੋਰਟ ਕਚਹਿਰੀ ਵਿੱਚ ਜਾ ਸਕਦੇ ਹੋ। ਸੋ ਉਸ ਲਿਫਟਮੈਨ ਨੂੰ ਵੀ ਉਹ ਲੀਗਲ ਰਿਡਰੈਸ ਜ਼ਰੂਰ ਮਿਲ ਜਾਣੀ ਸੀ ਜੇ ਉਸ ਲਿਫਟਮੈਨ ਨੇ ਉਸ ਲਿਫਟ ਵਿੱਚ ਯਾਤਰਾ ਕਰਨ ਆਏ ਵਿਅਕਤੀ ਨੂੰ ਕਿੱਕ ਮਾਰੀ ਹੁੰਦੀ ਤਾਂ ਉਸ ਨੂੰ ਜ਼ਰੂਰ ਹੀ ਲੀਗਲ ਰਿਡਰੈਸ ਮਿਲ ਜਾਣੀ ਸੀ। ਦ ਪੇਨ ਆਫ ਅ ਵੂੰਡ ਟੂ ਆਵਰ ਸੈਲਫ ਰਿਸਪੈਕਟ ਔਰ ਆਵਰ ਵੈਨਿਟੀ। ਸੈਲਫ ਰਿਸਪੈਕਟ ਸਵੈਮਾਨ, ਵੂੰਡ ਜ਼ਖਮ, ਵੈਨਿਟੀ ਮਾਣ ਕਮੰਡ ਅਭਿਮਾਨ, ਕਿ ਸਾਡੀ ਸੈਲਫ ਰਿਸਪੈਕਟ ਅਤੇ ਸਾਡੀ ਵੈਨਿਟੀ ਉੱਤੇ ਜੋ ਜ਼ਖਮ ਲੱਗਦਾ ਹੈ ਉਸ ਦਾ ਦਰਦ ਮੇ ਪੋਇਜ਼ਨ ਅ ਹੋਲ ਡੇ, ਸਾਡਾ ਸਾਰਾ ਦਿਨ ਹੀ ਜ਼ਹਿਰੀਲਾ ਬਣਾ ਦਿੰਦਾ ਹੈ। I can imagine that liftman denied the relief of throwing the author of his wound out of the lift, brooding over the insult by the hour। brooding ਹੁੰਦਾ ਹੈ ਕਿਸੇ ਚੀਜ਼ ਬਾਰੇ ਚਿੰਤਾ ਕਰਦੇ ਹੋਏ ਸੋਚੀ ਜਾਣਾ, and visiting it on his wife in the evening as the only way of restoring his equilibrium। equilibrium ਹੁੰਦਾ ਸੰਤੁਲਨ। ਸੋ ਇਹਨਾਂ ਲਾਈਨਾਂ ਵਿੱਚ ਉਸ ਘਟਨਾ ਦੀ ਜਸਟੀਫਿਕੇਸ਼ਨ ਦਿੱਤੀ ਹੋਈ ਹੈ ਜਿਸ ਵਿੱਚ ਉਸ ਲਿਫਟਮੈਨ ਨੇ ਉਸ ਲਿਫਟ ਯਾਤਰੀ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਸੀ। ਤੋ ਇੱਥੇ ਜਸਟੀਫਿਕੇਸ਼ਨ ਇਹ ਦਿੱਤੀ ਹੋਈ ਹੈ ਕਿ ਉਸ ਲਿਫਟਮੈਨ ਨੂੰ ਜੋ ਜ਼ਖਮ ਮਿਲਿਆ ਸੀ ਕਿ ਉਸ ਲਿਫਟ ਯਾਤਰੀ ਨੇ ਉਸ ਨੂੰ ਪਲੀਜ਼ ਨਹੀਂ ਕਿਹਾ ਸੀ, ਇਸ ਕਰਕੇ ਉਹ ਲਿਫਟਮੈਨ ਜਿਹੜਾ ਸੀ ਉਹ ਬੁਰਾ ਮੰਨ ਗਿਆ ਸੀ। ਸੋ ਉਹਨੂੰ ਕਿਹਾ ਗਿਆ ਇੱਥੇ ਜ਼ਖਮ। ਸੋ ਜੇ ਉਹ ਜ਼ਖਮ ਲੈ ਕੇ ਸਾਰਾ ਦਿਨ ਸਾਰਾ ਟਾਈਮ ਫਿਰਦਾ ਰਹਿੰਦਾ ਤੇ ਉਹਦਾ ਸਾਰਾ ਦਿਨ ਜਿਹੜਾ ਸੀ ਖਰਾਬ ਨਿਕਲਣਾ ਸੀ ਤੇ ਫਿਰ ਅਖੀਰ ਉਸਨੇ ਆਪਣੀ ਵਾਈਫ ਦੇ ਕੋਲ ਬੈਠ ਕੇ ਥੋੜ੍ਹੀਆਂ ਗੱਲਾਂ ਕਰਕੇ ਚਾਹ ਪੀ ਕੇ ਤੇ ਫਿਰ ਕਿਤੇ ਜਾ ਕੇ ਉਹਨੇ ਆਪਣਾ ਦਿਮਾਗੀ ਬੈਲੈਂਸ ਠੀਕ ਕਰਨਾ ਸੀ। ਸੋ ਇਸ ਸਾਰੀ ਚੀਜ਼ ਤੋਂ ਬਚਣ ਲਈ ਜਿੱਦਾਂ ਕਿ ਲੇਖਕ ਸੋਚਦਾ ਕਿ ਸ਼ਾਇਦ ਉਸਨੇ ਇਹ ਸਾਰੀ ਚੀਜ਼ਾਂ ਤੋਂ ਬਚਣ ਲਈ ਹੀ ਇਹ ਕਾਰਾ ਕੀਤਾ ਹੋਵੇ, ਉਸ ਲਿਫਟ ਯਾਤਰੀ ਨੂੰ ਬਾਹਰ ਗੁੱਸੇ ਨਾਲ ਕੱਢਿਆ ਹੋਵੇ। For there are few things more catching than bad temper and bad manners, ਕਿ ਬੁਰੇ ਸੁਭਾਅ ਅਤੇ ਬੁਰੇ ਤੌਰ ਤਰੀਕਿਆਂ ਤੋਂ ਵੀ ਜ਼ਿਆਦਾ ਕੁਝ ਇਹੋ ਜਿਹੀਆਂ ਚੀਜ਼ਾਂ ਵੀ ਹਨ ਜੋ ਸਾਡਾ ਧਿਆਨ ਉਹਨਾਂ ਤੋਂ ਵੀ ਜ਼ਿਆਦਾ ਆਪਣੇ ਵੱਲ ਖਿੱਚਦੀਆਂ ਹਨ। When Sir Anthony Absolute bullied Captain Absolute, ਕਿ ਜਦੋਂ ਸਰ ਐਂਥਨੀ ਐਬਸੋਲਿਊਟ ਕੈਪਟਨ ਐਬਸੋਲਿਊਟ ਨੂੰ ਧੌਂਸ ਦਿਖਾਉਂਦੇ ਹਨ, ਭਾਵ ਉਹਨਾਂ ਤੇ ਨਜਾਇਜ਼ ਗੁੱਸਾ ਕੱਢਦੇ ਹਨ। The latter went out and bullied his man Fag। ਜਦੋਂ ਦੋ ਬੰਦਿਆਂ 'ਚ ਗੱਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਲੈਟਰ ਸ਼ਬਦ ਦਾ ਪ੍ਰਯੋਗ ਹੁੰਦਾ ਹੈ। ਇਹਦਾ ਮਤਲਬ ਹੈ ਲੈਟਰ ਸ਼ਬਦ ਦੂਜੇ ਵਿਅਕਤੀ ਲਈ ਪ੍ਰਯੋਗ ਹੋਇਆ ਹੈ। ਸੋ ਇੱਥੇ ਕਿਹਾ ਗਿਆ ਕਿ ਜਦੋਂ ਸਰ ਐਂਥਨੀ ਐਬਸੋਲਿਊਟ ਕੈਪਟਨ ਐਬਸੋਲਿਊਟ ਨੂੰ ਝਿੜਕਦੇ ਹਨ ਤੇ ਕਿਉਂਕਿ ਕੈਪਟਨ ਐਬਸੋਲਿਊਟ ਫਿਰ ਰੈਂਕ ਵਾਈਜ਼ ਛੋਟੇ ਹੁੰਦੇ ਹਨ, ਇਸ ਕਰਕੇ ਉਹ ਉਹਨਾਂ ਦੇ ਗੁੱਸਾ ਨਹੀਂ ਕੱਢ ਸਕਦੇ ਤੇ ਉਹਨਾਂ ਨੇ ਗੁੱਸਾ ਕਿਤੇ ਕੱਢਿਆ। The latter went out and bullied his man Fag, ਤਾਂ ਉਹ ਆਪਣੇ ਨੌਕਰ ਜਿਹਦਾ ਨਾਮ ਫੈਗ ਹੈ ਉਹਨਾਂ ਤੇ ਉਹ ਗੁੱਸਾ ਕੱਢ ਦਿੰਦੇ ਹਨ। ਹੁਣ ਫੈਗ ਨੂੰ ਗੁੱਸਾ ਚੜ ਗਿਆ। ਵੇਅਰ ਅਪਨ ਫੈਗ ਵੈਂਟ ਡਾਊਨ ਸਟੇਅਰਸ, ਉੱਥੇ ਹੁਣ ਫੈਗ ਕੈਪਟਨ ਐਬਸੋਲਿਊਟ ਤੇ ਗੁੱਸਾ ਨਹੀਂ ਕਰ ਸਕਦੇ। ਫੈਗ ਨੀਚੇ ਪੌੜੀਆਂ ਉਤਰਦੇ ਹਨ ਐਂਡ ਕਿਕਡ ਦ ਪੇਜ ਬॉय। ਪੇਜ ਬॉय ਹੁੰਦਾ ਸੁਨੇਹਾ ਦੇਣ ਵਾਲਾ ਲੜਕਾ। ਤਾਂ ਗੁੱਸੇ ਵਿੱਚ ਪੌੜੀਆਂ ਉਤਰ ਕੇ ਨੀਚੇ ਜੋ ਸੁਨੇਹਾ ਦੇਣ ਵਾਲਾ ਲੜਕਾ ਬੈਠਾ ਹੁੰਦਾ ਹੈ, ਭਾਵ ਇੱਕ ਚਪੜਾਸੀ ਬੈਠਾ ਹੁੰਦਾ ਹੈ, ਉਸ ਨੂੰ ਉਹ ਕਿੱਕ ਮਾਰ ਦਿੰਦੇ ਹਨ, ਭਾਵ ਉਹਦੇ ਨਾਲ ਬੁਰਾ ਸਲੂਕ ਕਰਦੇ ਹਨ। ਪ੍ਰੋਬੇਬਲੀ ਦ ਮੈਨ ਹੂ ਸੈਡ ਟੌਪ ਟੂ ਦ ਲਿਫਟਮੈਨ, ਇਹ ਵੀ ਹੋ ਸਕਦਾ ਹੈ ਕਿ ਜਿਹੜੇ ਵਿਅਕਤੀ ਨੇ ਉਸ ਲਿਫਟ ਚਾਲਕ ਨੂੰ ਕਿਹਾ ਹੋਵੇ ਟੌਪ,
was really only getting back on his employer who had not said good morning to him। ਤੇ ਇਹ ਵੀ ਹੋ ਸਕਦਾ ਹੈ ਕਿ ਉਹ ਪਹਿਲਾਂ ਤੋਂ ਹੀ ਆਪਣੇ ਬੌਸ ਨੂੰ ਮਿਲ ਕੇ ਆ ਰਿਹਾ ਹੋਵੇ ਜਿਹੜੇ ਬੌਸ ਨੇ ਉਸ ਨੂੰ ਵੀ ਗੁੱਡ ਮਾਰਨਿੰਗ ਨਾ ਕਿਹਾ ਹੋਵੇ। Because he himself had been henpecked at breakfast by his wife, to whom the cook had been insolent because the housemaid had answered her back। ਤੇ ਵੀ ਹੋ ਸਕਦਾ ਹੈ ਉਸ ਵਿਅਕਤੀ ਦਾ ਬੌਸ ਹੈਨਪੈਕਟ ਹੋਵੇ। ਹੈਨਪੈਕਟ ਹੁੰਦਾ ਜਿਹਨੂੰ ਸਾਡੇ ਸਮਾਜ 'ਚ ਕਹਿੰਦੇ ਨੇ ਜ਼ੋਰੂ ਕਾ ਗੁਲਾਮ, ਬੀਵੀ ਦਾ ਗੁਲਾਮ। ਤੇ ਹੋ ਸਕਦਾ ਹੈ ਉਸ ਬੀਵੀ ਦੇ ਗੁਲਾਮ ਨੂੰ ਬ੍ਰੇਕਫਾਸਟ ਵੇਲੇ ਬੀਵੀ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਹੋਵੇ ਤੇ ਉਹ ਬੀਵੀ ਵੀ ਇਸ ਕਰਕੇ ਇਨਸੋਲੈਂਟ ਬਣ ਗਈ ਹੋਵੇ। ਇਨਸੋਲੈਂਟ ਹੁੰਦਾ ਅਤਿਆਚਾਰੀ, ਕਿਉਂਕਿ ਉਸ ਦੀ ਨੌਕਰਾਣੀ ਨੇ ਉਸ ਨੂੰ ਵਾਪਸ ਜਵਾਬ ਦਿੱਤਾ ਹੋਵੇ। ਵੀ ਇਨਫੈਕਟ ਦਾ ਵਰਲਡ ਵਿਦ ਆਵਰ ਇਲ ਹਿਊਮਰਸ। ਇਲ ਹਿਊਮਰਸ ਹੁੰਦੇ ਚਿੜਚਿੜਾਹਟ। ਸੋ ਅਸੀਂ ਪੂਰੇ ਸੰਸਾਰ ਨੂੰ ਆਪਣੀ ਚਿੜਚਿੜਾਹਟ ਦੇ ਨਾਲ ਇਨਫੈਕਟਡ ਕਰ ਦਿੰਦੇ ਹਾਂ। Bad manners probably do more to poison the stream of the general life than all the crimes in the calendar। ਕਿ ਬੁਰੇ ਵਿਵਹਾਰ ਸਾਡੀ ਆਮ ਜ਼ਿੰਦਗੀ ਦੀ ਧਾਰਾ ਨੂੰ ਜ਼ਹਿਰੀਲਾ ਬਣਾ ਦਿੰਦੇ ਹਨ, ਧਰਤੀ ਤੇ ਹੋਣ ਵਾਲੇ ਉਹਨਾਂ ਸਾਰੇ ਜ਼ੁਰਮਾਂ ਤੋਂ ਵੀ ਜ਼ਿਆਦਾ। For one wife who gets a black eye from an otherwise good-natured husband, there are 100 who live a life of martyrdom under the shadow of a morose temper। morose temper ਹੁੰਦਾ ਬੁਰਾ ਸੁਭਾਅ। ਸੋ ਇਹਨਾਂ ਲਾਈਨਸ 'ਚ ਕਿਹਾ ਗਿਆ ਕਿ ਇੱਕ ਹਸਬੈਂਡ ਜੋ ਸੁਭਾਅ ਦਾ ਵੈਸੇ ਤਾਂ ਠੀਕ ਹੈ, ਪਰ ਜਦੋਂ ਉਹਨੂੰ ਬਹੁਤ ਗੁੱਸਾ ਆਉਂਦਾ ਹੈ ਤਾਂ ਉਹ ਆਪਣੀ ਵਾਈਫ ਤੇ ਹੱਥ ਵੀ ਚੱਕ ਲੈਂਦਾ ਹੈ ਅਤੇ ਉਸ ਦੇ ਮੂੰਹ ਤੇ ਮੁੱਕਾ ਮਾਰ ਕੇ ਉਸ ਦੀ ਅੱਖ ਜੋ ਹੈ ਕਾਲੀ ਕਰ ਦਿੰਦਾ ਹੈ, ਭਾਵ ਆਪਣੀ ਵਾਈਫ ਤੇ ਅਤਿਆਚਾਰ ਕਰਦਾ ਹੈ। ਪਰ ਇਸ ਦੇ ਕੰਪੈਰੀਜ਼ਨ ਵਿੱਚ ਸੈਂਕੜੇ ਇਹੋ ਜਿਹੀਆਂ ਵੀ ਲੇਡੀਜ਼ ਹਨ ਜੋ ਆਪਣੇ ਪਤੀ ਦੇ ਬੁਰੇ ਵਿਵਹਾਰ ਕਰਕੇ ਇੱਕ ਸ਼ਹੀਦ ਦੀ ਜ਼ਿੰਦਗੀ ਜੀ ਰਹੀਆਂ ਹਨ, ਭਾਵ ਰੋਜ਼ ਮਰ ਰਹੀਆਂ ਹਨ। ਸੋ ਇੱਥੇ ਇੱਕ ਕੰਪੈਰੀਜ਼ਨ ਕੀਤਾ ਗਿਆ ਹੈ ਕਿ ਇੱਕ ਪਾਸੇ ਇੱਕ ਇਹੋ ਜਿਹਾ ਵਿਅਕਤੀ ਹੈ ਜਿਹੜਾ ਵੈਸੇ ਤਾਂ ਸੁਭਾਅ ਦਾ ਠੀਕ ਹੈ, ਪਰ ਜਦੋਂ ਉਹਨੂੰ ਗੁੱਸਾ ਆਉਂਦਾ ਹੈ ਤਾਂ ਉਹ ਆਪਣੀ ਪਤਨੀ ਤੇ ਹੱਥ ਚੱਕਦਾ ਹੈ। ਸੋ ਇੱਕ ਦਿਨ ਚੱਕਦਾ ਹੈ, ਪਰ ਜਿਸ ਹਸਬੈਂਡ ਦਾ ਸੁਭਾਅ ਹੀ ਬਹੁਤ ਗੰਦਾ ਹੋਵੇ ਉਹਦੀ ਪਤਨੀ ਲਈ ਤਾਂ ਰੋਜ਼ ਹੀ ਸ਼ਹੀਦਾਂ ਵਾਲੀ ਲਾਈਫ ਹੋਏਗੀ, ਭਾਵ ਰੋਜ਼ ਹੀ ਉਸ ਘਰ ਵਿੱਚ ਆਪਣੇ ਹਸਬੈਂਡ ਦੇ ਨਾਲ ਆਤਮਕ ਮੌਤ ਮਰਦੀਆਂ ਹੋਣਗੀਆਂ, ਭਾਵ ਉਹਨਾਂ ਦਾ ਜੀਣਾ ਵੀ ਮਰਨ ਸਮਾਨ ਹੀ ਹੋਏਗਾ। ਬਟ ਆਲ ਦਾ ਸੇਮ, ਪਰ ਉਸ ਉੱਤੇ ਵੀ the law cannot become the guardian of our private manners। ਕਿ ਕਾਨੂੰਨ ਸਾਡੇ ਨਿੱਜੀ ਤੌਰ ਤਰੀਕਿਆਂ ਦਾ ਰੱਖਿਅਕ ਨਹੀਂ ਬਣ ਸਕਦਾ। No decalogue could cover the vast area of offenses। ਡੈਕਲੋਗ ਹੁੰਦਾ ਕਿ ਈਸਾਈ ਧਰਮ ਵਿੱਚ ਜੋ 10 ਨਿਰਦੇਸ਼ ਦਿੱਤੇ ਗਏ ਹਨ, 10 ਕਾਨੂੰਨ ਬਣਾ ਕੇ ਦਿੱਤੇ ਗਏ ਹਨ, ਉਸ ਨੂੰ ਕਹਿੰਦੇ ਹਨ ਡੈਕਲੋਗ। ਕਿ ਕੋਈ ਵੀ ਡੈਕਲੋਗ ਅਪਰਾਧਾਂ ਦੇ ਵਿਸ਼ਾਲ ਖੇਤਰ ਨੂੰ ਕਵਰ ਨਹੀਂ ਕਰ ਸਕਦਾ। ਐਂਡ no court could administer a law which governed our social civilities। ਤੇ ਕੋਈ ਵੀ ਕਚਹਿਰੀ ਕਿਸੇ ਵੀ ਕਾਨੂੰਨ ਦਾ ਪ੍ਰਬੰਧ ਨਹੀਂ ਕਰ ਸਕਦੀ ਜੋ ਕਿ ਸਾਡੀ ਸਮਾਜਿਕ ਸੁਸ਼ੀਲਤਾ ਪੱਧਰਤਾ ਦੀ ਦੇਖ ਰੇਖ ਕਰ ਸਕੇ। Our speech, the tilt of our eyebrows and all our moods and manners। ਅਤੇ ਨਾ ਹੀ ਕੋਈ ਇਹੋ ਜਿਹਾ ਰੂਲ ਬਣਿਆ ਹੈ ਜੋ ਸਾਡੀ ਬੋਲ ਬਾਣੀ ਨੂੰ, ਸਾਡੀ ਸਪੀਚ ਨੂੰ ਕੰਟਰੋਲ ਕਰ ਸਕੇ, ਸਾਡੇ ਆਈਬ੍ਰੋਜ਼ ਦਾ ਹਿੱਲਣਾ ਕੰਟਰੋਲ ਕਰ ਸਕੇ ਜਾਂ ਸਾਡੇ ਮੂਡ ਅਤੇ ਤੌਰ ਤਰੀਕਿਆਂ ਨੂੰ ਕੰਟਰੋਲ ਕਰ ਸਕੇ। ਅਜਿਹਾ ਕੋਈ ਵੀ ਕਾਨੂੰਨ ਨਹੀਂ ਬਣਿਆ। ਬਟ ਵੀ ਆਰ ਬਾਉਂਡ ਟੂ ਐਂਡੋਰਸ ਦਾ ਵਰਡਿਕਟ ਅਗੇਂਸਟ ਦਾ ਲਿਫਟਮੈਨ। ਪਰ ਅਸੀਂ ਉਸ ਲਿਫਟਮੈਨ ਦੇ ਵਿਰੁੱਧ ਫੈਸਲਾ ਕਰਨ ਲਈ ਬੱਝੇ ਹੋਏ ਹਾਂ। most people will have a certain sympathy with him। ਕਾਫੀ ਲੋਕਾਂ ਦੀ ਉਸ ਨਾਲ ਕੁਝ ਖਾਸ ਹਮਦਰਦੀ ਵੀ ਹੋਵੇਗੀ। while it is true that there is no law that compels us to say please। ਜਦ ਕਿ ਇਹ ਸੱਚ ਹੈ ਕਿ ਕੋਈ ਵੀ ਕਾਨੂੰਨ ਸਾਨੂੰ ਮਜਬੂਰ ਨਹੀਂ ਕਰਦਾ ਕਿ ਅਸੀਂ ਪਲੀਜ਼ ਸ਼ਬਦ ਦੀ ਵਰਤੋਂ ਕਰੀਏ। there is a social practice much older and more sacred than any law। ਪਰ ਫਿਰ ਵੀ ਇਹਨਾਂ ਗੁੱਡ ਮੈਨਰਸ ਦੀਆਂ ਜੋ ਸਮਾਜਿਕ ਰੀਤੀਆਂ ਪ੍ਰਚਲਿਤ ਹਨ ਉਹ ਕਿਸੇ ਵੀ ਕਾਨੂੰਨ ਤੋਂ ਬਹੁਤ ਪੁਰਾਣੀਆਂ ਅਤੇ ਬਹੁਤ ਪਵਿੱਤਰ ਹਨ। which enjoins us to be civil। ਜਿਹੜੀਆਂ ਕਿ ਸਾਨੂੰ ਸਭ्य ਬਣਾਉਂਦੀਆਂ ਹਨ। and the first requirement of civility is that we should acknowledge a service। ਅਤੇ ਸਭਿਅਤਾ ਦੀ ਪਹਿਲੀ ਲੋੜ ਇਹੀ ਹੈ ਕਿ ਅਸੀਂ ਕਿਸੇ ਦੀ ਕੀਤੀ ਹੋਈ ਸੇਵਾ ਨੂੰ acknowledge ਕਰੀਏ, ਭਾਵ ਮਾਨਤਾ ਦਈਏ। Please and thank you are the small change। Please ਕਹਿਣਾ ਅਤੇ thank you ਕਹਿਣਾ
ਇਹ ਥੋੜੀ ਥੋੜੀ ਚੇਂਜ ਸਾਡੇ 'ਚ ਲੈ ਕੇ ਆਉਂਦਾ ਹੈ with which we pave our way as social beings। ਤੇ ਇਹਨਾਂ ਸ਼ਬਦਾਂ ਨਾਲ ਹੀ ਅਸੀਂ ਆਪਣੇ ਸਮਾਜਿਕ ਪ੍ਰਾਣੀ ਹੋਣ ਦਾ ਰਸਤਾ ਬਣਾਉਂਦੇ ਹਾਂ। They are the little courtesies by which we keep the machine of life oiled and running sweetly। ਇਹ ਮਾਮੂਲੀ ਵਿਨਿਮਰਤਾਵਾਂ ਹਨ ਜਿਹਦੇ ਨਾਲ ਸਾਡੀ ਜ਼ਿੰਦਗੀ ਰੂਪੀ ਮਸ਼ੀਨ ਨੂੰ ਤੇਲ ਦਿੱਤਾ ਜਾਂਦਾ ਹੈ ਅਤੇ ਉਹ ਬੜੀ ਮਿੱਠੀ ਮਿੱਠੀ ਚੱਲਦੀ ਹੈ। They put our intercourse upon the basis of friendly cooperation। ਇਹ ਸ਼ਬਦ ਹੀ ਹਨ ਜੋ ਸਾਡੇ ਆਪਸੀ ਮੇਲ ਮਿਲਾਪ ਨੂੰ ਭਰਾਤਰੀ ਭਾਵ ਦੇ ਨਾਲ ਸਹਿਯੋਗ ਕਰਨ ਵਾਲਾ ਬਣਾਉਂਦੇ ਹਨ। As easy give and take instead of on the basis of superiors dictating to inferiors। ਇਹਨਾਂ ਸ਼ਬਦਾਂ ਦੇ ਨਾਲ ਅਸੀਂ ਵਸਤਾਂ ਦਾ ਆਦਾਨ ਪ੍ਰਦਾਨ ਵੀ ਬਹੁਤ ਸੌਖਿਆ ਕਰਦੇ ਹਾਂ, ਬਜਾਏ ਕਿ ਕੋਈ ਇਹ ਸ਼ੋਅ ਕਰੇ ਕਿ ਉਹ ਬਹੁਤ ਤਾਕਤਵਰ ਹੈ ਤੇ ਉਹ ਕਿਸੇ ਮਾੜੇ ਬੰਦੇ ਤੇ ਆਪਣੀ ਧੌਂਸ ਜਮਾ ਕੇ ਉਸ ਦੇ ਨਾਲ ਆਦਾਨ ਪ੍ਰਦਾਨ ਕਰੇ। ਇਸ ਤੋਂ ਕਿਤੇ ਵਧੀਆ ਤਰੀਕਾ ਹੈ ਕਿ ਇਹਨਾਂ ਕਰਟੇਸੀ ਵਾਲੇ ਸ਼ਬਦਾਂ ਨੂੰ ਵਰਤ ਕੇ ਆਦਾਨ ਪ੍ਰਦਾਨ ਕਰ ਲਿਆ ਜਾਏ। ਇਟ ਇਜ਼ ਅ ਵੈਰੀ ਵਲਗਰ ਮਾਈਂਡ ਕਿ ਇਹ ਬੜੀ ਅਸਭਿਅਕ ਸੋਚ ਹੈ that would wish command ਕਿ ਜਿਹੜੀ ਸੋਚ ਕਿਸੇ ਨੂੰ ਹੁਕਮ ਦੇਣ ਦੀ ਇੱਛਾ ਰੱਖੇ where he can have the service for the asking ਜਿੱਥੇ ਕਿ ਉਹ ਦੂਸਰੇ ਦੀ ਸਰਵਿਸ ਸਿਰਫ ਉਸ ਨੂੰ ਅੱਛੀ ਤਰ੍ਹਾਂ ਪੁੱਛ ਕੇ ਹੀ ਲੈ ਸਕਦਾ ਹੈ and have it with willingness and good feeling instead of resentment। ਅਤੇ ਨਾਲ ਹੀ ਉਹ ਆਪਣੀ ਇਹ ਸਰਵਿਸ ਆਪਣੀ ਰਜ਼ਾਮੰਦੀ ਨਾਲ ਅੱਛੀ ਭਾਵਨਾ ਦੇ ਨਾਲ ਦੇਗਾ, ਨਾ ਕਿ ਕਿਸੇ ਨਾਰਾਜ਼ਗੀ ਦੇ ਨਾਲ। I should like to feature in this connection my friend the polite conductor। ਮੈਂ ਇਸੇ ਵਿਸ਼ੇ ਦੇ ਸੰਦਰਭ ਵਿੱਚ ਆਪਣੇ ਇੱਕ ਦੋਸਤ ਨੂੰ ਚਿਤਰਿਤ ਕਰਨਾ ਚਾਹੁੰਦਾ ਹਾਂ, ਭਾਵ ਉਸ ਦੀ ਐਗਜ਼ਾਮਪਲ ਦੇਣਾ ਚਾਹੁੰਦਾ ਹਾਂ ਜੋ ਕਿ ਇੱਕ ਪੋਲਾਈਟ ਕੰਡਕਟਰ ਹੈ, ਭਾਵ ਨਿਮਰਤਾ ਵਾਲਾ ਕੰਡਕਟਰ। by this discriminating title। discriminating title means ਕਿ ਜੇ ਮੈਂ ਕਿਸੇ ਇੱਕ ਚੰਗੇ ਕੰਡਕਟਰ ਦੀ ਉਦਾਹਰਨ ਦੇ ਰਿਹਾ ਤਾਂ ਮਤਲਬ ਇਹ ਨਹੀਂ ਹੈ ਕਿ ਮੈਂ ਬਾਕੀ ਕੰਡਕਟਰਸ ਨੂੰ ਮਾੜਾ ਕਹਿ ਰਿਹਾ। discriminating ਹੁੰਦਾ ਭੇਦ ਭਾਵ ਕਰਨ ਵਾਲਾ ਤੇ ਟਾਈਟਲ ਮਤਲਬ ਸਿਰਨਾਮਾ, ਕਿਸੇ ਨੂੰ ਟਾਈਟਲ ਦੇ ਦੇਣਾ। ਇਸ ਭੇਦ ਭਾਵ ਭਰੇ ਸਿਰਲੇਖ ਦੇ ਨਾਲ I do not intend to suggest a rebuke to conductors generally। ਇਸ ਗੱਲ ਨੂੰ ਕਹਿਣ ਨਾਲ ਮੇਰਾ ਮਨੋਰਥ ਆਮ ਕਰਕੇ ਬੱਸਾਂ ਦੇ ਕੰਡਕਟਰ ਨੂੰ ਝਿੜਕਣਾ ਬਿਲਕੁਲ ਨਹੀਂ ਹੈ। on the contrary ਬਲਕਿ ਇਸ ਦੇ ਉਲਟ I am disposed to think। ਡਿਸਪੋਜ਼ਡ ਹੁੰਦਾ ਕੁਝ ਕਰਨ ਲਈ ਤਿਆਰ, ਕਿ ਇਸ ਦੇ ਉਲਟ ਮੈਂ ਤਾਂ ਇਹ ਸੋਚਣ ਲਈ ਤਿਆਰ ਹਾਂ that there are few classes of men who come through the ordeal of a very trying calling better than bus conductors do। ordeal ਹੁੰਦੀ ਹੈ ਕੜੀ ਪ੍ਰੀਖਿਆ, ਜਿਹਨੂੰ ਅਗਨੀ ਪ੍ਰੀਖਿਆ ਵੀ ਕਹਿ ਦਿੰਦੇ ਆ। ਕਹਿੰਦੇ ਨੇ ਕਿ ਆਮ ਕਰਕੇ ਬੱਸ ਕੰਡਕਟਰਸ ਮੰਨੇ ਜਾਂਦੇ ਹਨ ਕਿ ਉਹ ਠੀਕ ਤਰ੍ਹਾਂ ਪੈਸੇਂਜਰਸ ਨੂੰ ਨਹੀਂ ਬੁਲਾਉਂਦੇ, ਪਰ ਇੱਥੇ ਆਥਰ ਕਹਿ ਰਿਹਾ ਕਿ ਮੈਂ ਇਹੋ ਜਿਹੇ ਵੀ ਬੱਸ ਕੰਡਕਟਰਸ ਨੂੰ ਜਾਣਦਾ ਹਾਂ ਜਿਹੜੀ ਕਿ ਕੜੀ ਮਿਹਨਤ ਕਰਦੇ ਹਨ ਕਿ ਉਹ ਆਮ ਬੱਸ ਕੰਡਕਟਰਸ ਤੋਂ ਜ਼ਿਆਦਾ ਅੱਛਾ ਬਿਹੇਵੀਅਰ ਪੈਸੇਂਜਰਸ ਨੂੰ ਸ਼ੋ ਕਰ ਸਕਣ। Here or there you will meet an unpleasant specimen who regards the passengers as his natural enemies। ਸੋ ਇੱਧਰ ਉੱਧਰ ਤੁਸੀਂ ਵੀ ਇਹੋ ਜਿਹੇ ਬੁਰੇ ਨਮੂਨੇ ਜ਼ਰੂਰ ਦੇਖੋਗੇ ਜੋ ਕਿ ਆਪਣੀ ਬੱਸ ਵਿੱਚ ਚੜੇ ਹੋਏ ਯਾਤਰੀਆਂ ਨੂੰ ਆਪਣੇ ਕੁਦਰਤੀ ਦੁਸ਼ਮਣ ਮੰਨਦੇ ਹਨ। as creatures whose chief purpose on the bus is to cheat him। ਉਹ ਇਹੋ ਜਿਹੇ ਜੀਵ ਹੁੰਦੇ ਹਨ ਜਿਨ੍ਹਾਂ ਦਾ ਮੁੱਖ ਉਦੇਸ਼ ਬੱਸ ਵਿੱਚ ਚੜੀਆਂ ਸਵਾਰੀਆਂ ਨੂੰ ਠੱਗਣਾ ਹੁੰਦਾ ਹੈ, ਉਹਨਾਂ ਨੂੰ ਧੋਖਾ ਦੇਣਾ ਹੁੰਦਾ ਹੈ। and who can only be kept reasonably honest by a loud voice and an aggressive manner। ਤੇ ਇਹੋ ਜਿਹੇ ਕੰਡਕਟਰਸ ਦੇ ਦਿਮਾਗ ਵਿੱਚ ਹਮੇਸ਼ਾ ਹੀ ਆਉਂਦਾ ਹੈ ਕਿ ਬੱਸ ਦੀਆਂ ਸਵਾਰੀਆਂ ਨੂੰ ਕੰਟਰੋਲ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਉਹਨਾਂ ਦੇ ਨਾਲ ਅਗਰੈਸਿਵ ਮੈਨਰ ਦੇ ਨਾਲ ਗੱਲ ਕੀਤੀ ਜਾਵੇ, ਝਗੜਾਲੂ ਭਾਸ਼ਾ ਵਿੱਚ ਉੱਚੀ ਬੋਲ ਕੇ ਗੱਲ ਕੀਤੀ ਜਾਵੇ, ਤਾਂ ਹੀ ਉਹ ਸਵਾਰੀਆਂ ਨੂੰ ਕਾਬੂ ਕਰ ਸਕਦੇ ਹਨ। ਬਟ ਦਿਸ ਟਾਈਪ ਇਜ਼ ਰੇਅਰ। ਪਰ ਇਸ ਤਰ੍ਹਾਂ ਦੀ ਕੈਟਾਗਰੀ ਵਾਲੇ ਕੰਡਕਟਰ ਹੁਣ ਬਹੁਤ ਘੱਟ ਹਨ, ਰੇਅਰਰ ਦੈਨ ਇਟ ਯੂਜ਼ਡ ਟੂ ਬੀ। ਹੁਣ ਤਾਂ ਇਹ ਅੱਗੇ ਨਾਲੋਂ ਵੀ ਬਹੁਤ ਘੱਟ ਹਨ। I fancy the public owes much to the underground railway company। I fancy ਹੁੰਦਾ ਕਿ ਮੈਨੂੰ ਲੱਗਦਾ ਹੈ ਕਿ ਪਬਲਿਕ ਨੂੰ ਹੁਣ ਅੰਡਰਗਰਾਉਂਡ ਰੇਲਵੇ ਕੰਪਨੀ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਹ ਕੰਪਨੀ ਹੁਣ ਬੱਸਾਂ ਵੀ ਚਲਾਉਂਦੀ ਹੈ। For insisting on a certain standard of civility in its servants and taking care that the standard is observed। ਜੋ ਕਿ ਆਪਣੇ ਕਰਮਚਾਰੀਆਂ ਵਿੱਚ ਇੱਕ ਖਾਸ ਲੈਵਲ ਦੇ ਚੰਗੇ ਵਿਵਹਾਰ ਦੇ ਹੋਣ ਤੇ ਜ਼ੋਰ ਦਿੰਦੇ ਹਨ
ਤੇ ਇਹ ਵੀ ਧਿਆਨ ਰੱਖਦੇ ਹਨ ਕਿ ਇਸ ਚੰਗੇ ਮਿਆਰ ਨੂੰ ਬਰਕਰਾਰ ਰੱਖਿਆ ਜਾਏ। ਇਨ ਡੂਇੰਗ ਦਿਸ ਇਟ ਨੋਟ ਓਨਲੀ ਮੇਕਸ ਥਿੰਗਸ ਪਲੇਜ਼ੈਂਟ ਫॉर ਦ ਟਰੈਵਲਿੰਗ ਪਬਲਿਕ। ਅਜਿਹਾ ਕਰਦੇ ਹੋਏ ਉਹ ਨਾ ਸਿਰਫ ਯਾਤਰਾ ਕਰਦੀ ਹੋਈ ਜਨਤਾ ਦੇ ਸਫ਼ਰ ਨੂੰ ਸੁਹਾਵਣਾ ਬਣਾਉਂਦੇ ਹਨ ਬਟ ਪਰਫਾਰਮਸ ਐਨ ਇੰਪੋਰਟੈਂਟ ਸੋਸ਼ਲ ਸਰਵਿਸ, ਪਰ ਨਾਲ ਹੀ ਉਹ ਇੱਕ ਮਹੱਤਵਪੂਰਨ ਸਮਾਜਿਕ ਸੇਵਾ ਵੀ ਪ੍ਰਦਾਨ ਕਰਦੇ ਹਨ। ਇਟ ਇਜ਼ ਨਾਟ ਦੇਅਰਫੋਰ ਵਿਦ ਐਨੀ ਫੀਲਿੰਗ ਆਫ ਅਨਫ੍ਰੈਂਡਲੀਨੈਸ ਟੂ ਕੰਡਕਟਰਸ ਐਜ਼ ਅ ਕਲਾਸ that I pay a tribute to a particular member of that class. ਸੋ ਇਸ ਕਰਕੇ ਮੈਂ ਪੂਰੀ ਕੰਡਕਟਰਸ ਦੀ ਸ਼੍ਰੇਣੀ ਦੇ ਨਾਲ ਗੈਰ ਮਿੱਤਰਤਾ ਵਾਲੀ ਫੀਲਿੰਗ ਨਹੀਂ ਰੱਖਦਾ। that I pay a tribute to a particular member of that class. ਸੋ ਕਿਸੇ ਇੱਕ ਵਿਅਕਤੀ ਬਾਰੇ ਕੋਈ ਗੱਲ ਕਰਕੇ ਅਜਿਹਾ ਬਿਲਕੁਲ ਨਹੀਂ ਹੈ ਕਿ ਮੈਂ ਕੰਡਕਟਰਸ ਦੀ ਸਾਰੀ ਸ਼੍ਰੇਣੀ ਦੇ ਨਾਲ ਗੈਰ ਮਿੱਤਰਤਾਪੂਰਨ ਸੰਬੰਧ ਰੱਖਦਾ ਹਾਂ। I first became conscious of his existence one day when I jumped onto a bus and found that I had left home without any money in my pocket. ਮੈਨੂੰ ਉਸ ਚੰਗੇ ਕੰਡਕਟਰ ਦੀ ਹੋਂਦ ਦਾ ਅਹਿਸਾਸ ਉਸ ਦਿਨ ਹੋਇਆ ਕਿ ਜਦੋਂ ਮੈਂ ਬੱਸ ਵਿੱਚ ਦਾਖਲ ਹੋਇਆ ਅਤੇ ਮੈਂ ਦੇਖਿਆ ਕਿ ਮੈਂ ਆਪਣੀ ਮਨੀ ਘਰ ਹੀ ਭੁੱਲ ਆਇਆ ਹਾਂ। Everyone has had the experience and knows the feeling. ਹਰ ਇੱਕ ਨੂੰ ਇਸ ਚੀਜ਼ ਦਾ ਅਨੁਭਵ ਜ਼ਰੂਰ ਹੁੰਦਾ ਹੈ ਅਤੇ ਇਸ ਨਾਲ ਸੰਬੰਧਿਤ ਫੀਲਿੰਗ ਵੀ ਜ਼ਰੂਰ ਹੁੰਦੀ ਹੈ, the mixed feeling which the discovery arouses। ਤੇ ਉਹਦੇ ਨਾਲ ਜੁੜੀ ਹੋਈ ਮਿਕਸਡ ਫੀਲਿੰਗਸ ਵੀ ਸਾਰਿਆਂ ਨੂੰ ਪਤਾ ਹੁੰਦੀ ਹੈ ਕਿ ਕਿਹੋ ਜਿਹੀ ਹੁੰਦੀ ਹੈ ਜਦੋਂ ਅਸੀਂ ਆਪਣੀਆਂ ਜੇਬਾਂ ਦੇ ਵਿੱਚੋਂ ਪੈਸੇ ਲੱਭਦੇ ਹਾਂ। You are annoyed because you look like a fool at the best। ਕਿਉਂਕਿ ਤੁਸੀਂ ਉਸ ਟਾਈਮ ਸਭ ਤੋਂ ਵਧੀਆ ਮੂਰਖ ਬਣੇ ਹੁੰਦੇ ਹੋ। And like a knave at the worst। ਅਤੇ ਇੱਕ ਬਹੁਤ ਬੁਰੇ ਗੁਲਾਮ ਵਾਂਗ ਫੀਲ ਕਰਦੇ ਹੋ, ਉਹ ਗੁਲਾਮ ਜਿਸ ਨੂੰ ਕਿ ਹੁਣ ਗੱਲਾਂ ਸੁਣਨੀਆਂ ਪੈਣੀਆਂ ਸੀ। You would not be at all surprised। ਤੇ ਤੁਹਾਨੂੰ ਕੋਈ ਹੈਰਾਨੀ ਨਹੀਂ ਹੁੰਦੀ if the conductor eyed you coldly as much as to say yes I know the stale old trick। ਤੇ ਜਦੋਂ ਕੰਡਕਟਰ ਤੁਹਾਡੇ ਵੱਲ ਬੇਰੁਖੀ ਨਾਲ ਦੇਖਦਾ ਤੇ ਕਹਿੰਦਾ ਹੈ ਕਿ ਹਾਂ ਮੈਨੂੰ ਪਤਾ ਹੈ ਪੁਰਾਣੇ ਬਹਾਨੇ, now then off you get। ਤੇ ਕੰਡਕਟਰ ਇਹ ਵੀ ਕਵੇ ਕਿ ਹੁਣ ਤੁਸੀਂ ਜਾ ਸਕਦੇ ਹੋ and even if the conductor is a good fellow। ਅਤੇ ਜੇ ਕੰਡਕਟਰ ਇੱਕ ਚੰਗਾ ਵਿਅਕਤੀ ਵੀ ਹੋਵੇ and lets you down easily ਅਤੇ ਉਹ ਤੁਹਾਨੂੰ ਬੱਸ ਵਿੱਚੋਂ ਨੀਚੇ ਆਰਾਮ ਨਾਲ ਉਤਰਨ ਦੇਵੇ, you are faced with the necessity of going back। ਤਾਂ ਵੀ ਤੁਸੀਂ ਘਰ ਵਾਪਸ ਜਾਣ ਦੀ ਜ਼ਰੂਰਤ ਫੇਸ ਕਰਦੇ ਹੋ and the inconvenience perhaps of missing your train or your engagement। ਅਤੇ ਜੋ ਤੁਹਾਨੂੰ ਪਰੇਸ਼ਾਨੀ ਹੋਈ ਸ਼ਾਇਦ ਤੁਹਾਡੀ ਹੁਣ ਟ੍ਰੇਨ ਵੀ ਮਿਸ ਹੋ ਜੇ ਤੇ ਜਿਹਨੂੰ ਤੁਸੀਂ ਮਿਲਣਾ ਸੀ ਉਹਨੂੰ ਵੀ ਨਾ ਤੁਸੀਂ ਮਿਲ ਸਕੋ। Having searched my pockets in vain for stray coppers। ਆਪਣੀ ਜੇਬਾਂ ਦੇ ਵਿੱਚ ਤਾਂਬੇ ਦੇ ਸਿੱਕਿਆਂ ਨੂੰ ਲੱਭਣ ਦੀ ਨਾਕਾਮ ਕੋਸ਼ਿਸ਼ and having found I was utterly penniless। ਤੇ ਇਹ ਪੱਕਾ ਕਰਦੇ ਹੋਏ ਕਿ ਹੁਣ ਮੇਰੇ ਕੋਲ ਕੋਈ ਪੈਸਾ ਨਹੀਂ ਹੈ I told the conductor with as honest a face as I could assume that I could not pay the fare। ਤੇ ਮੈਂ ਕੰਡਕਟਰ ਨੂੰ ਬੜੀ ਮਾਸੂਮੀਅਤ ਦੇ ਨਾਲ ਕਿਹਾ ਕਿ ਮੈਂ ਬੱਸ ਦਾ ਕਿਰਾਇਆ ਨਹੀਂ ਦੇ ਸਕਦਾ and must go back for money ਅਤੇ ਮੈਂ ਪੈਸਾ ਲੈਣ ਲਈ ਦੁਬਾਰਾ ਵਾਪਸ ਜਾਣਾ ਹੈ। Oh, you need not get off, that's all right। ਤਾਂ ਕੰਡਕਟਰ ਨੇ ਕਿਹਾ ਉਹ ਤੁਹਾਨੂੰ ਵਾਪਸ ਜਾਣ ਦੀ ਕੋਈ ਲੋੜ ਨਹੀਂ, ਠੀਕ ਹੈ said he। all right said I। ਫਿਰ ਮੈਂ ਵੀ ਕਿਹਾ ਕਿ ਚਲੋ ਠੀਕ ਹੈ but I haven't a copper on me। ਪਰ ਮੇਰੇ ਕੋਲ ਇੱਕ ਤਾਂਬੇ ਦਾ ਸਿੱਕਾ ਵੀ ਨਹੀਂ ਹੈ। Oh, I'll book you through he replied। ਉਹ ਕਹਿੰਦਾ ਕੋਈ ਨਹੀਂ ਮੈਂ ਤਾਂ ਵੀ ਤੁਹਾਡੀ ਟਿਕਟ ਬੁੱਕ ਕਰ ਦਾਂਗਾ। where you want to go ਕਿ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ and he handed me a ticket for anywhere from the bank to Hong Kong। ਅਤੇ ਉਸਨੇ ਮੈਨੂੰ ਬੈਂਕ ਤੋਂ ਹਾਂਗਕਾਂਗ ਦੀ ਕਿਸੇ ਜਗ੍ਹਾ ਦੀ ਟਿਕਟ ਹੈਂਡਓਵਰ ਕਰ ਦਿੱਤੀ, ਭਾਵ ਦੇ ਦਿੱਤੀ। I said it was very kind of him। ਮੈਂ ਉਸ ਦੀ ਇਸ ਚੰਗੀ ਗੱਲ ਤੇ ਉਸ ਦਾ ਧੰਨਵਾਦ ਕੀਤਾ and told him where I wanted to go। ਅਤੇ ਮੈਂ ਉਸ ਨੂੰ ਦੱਸਿਆ ਕਿ ਜਿੱਥੇ ਮੈਂ ਜਾਣਾ ਚਾਹੁੰਦਾ ਸੀ and as he gave me the ticket I said but where shall I send the fare। ਤੇ ਜਿਵੇਂ ਹੀ ਉਸਨੇ ਮੈਨੂੰ ਟਿਕਟ ਦਿੱਤੀ ਤੇ ਮੈਂ ਉਸ ਨੂੰ ਕਿਹਾ ਕਿ ਮੈਂ ਇਸ ਬੱਸ ਦਾ ਕਿਰਾਇਆ ਉਸ ਨੂੰ ਕਿੱਥੇ ਦੇ ਸਕਦਾ ਹਾਂ। Oh, you will see me someday all right। ਉਹ ਕਹਿੰਦਾ ਕੋਈ ਨਹੀਂ ਤੂੰ ਮੈਨੂੰ ਕਿਸੇ ਨਾ ਕਿਸੇ ਦਿਨ ਜ਼ਰੂਰ ਮਿਲ ਲਏਗਾ he said cheerfully। ਉਸਨੇ ਮੁਸਕਰਾਉਂਦੇ ਹੋਏ ਕਿਹਾ as he turned to go। ਜਿੱਦਾਂ ਹੀ ਉਹ ਜਾਣ ਨੂੰ ਮੁੜਿਆ and then ਅਤੇ ਉਸੇ ਵੇਲੇ luckily ਕਿਸਮਤ ਦੇ ਨਾਲ my fingers still wandering in the corners of my pockets। ਮੇਰੀਆਂ ਉਂਗਲਾਂ ਹਜੇ ਵੀ
ਮੇਰੀਆਂ ਜੇਬਾਂ ਦੇ ਕਿਨਾਰਿਆਂ ਨੂੰ ਟਟੋਲ ਰਹੀਆਂ ਸਨ। ਲਾਈਟਡ ਔਨ ਅ ਸ਼ਿਲਿੰਗ, ਤਾਂ ਉਹਨਾਂ ਦੇ ਹੱਥ ਇੱਕ ਸ਼ਿਲਿੰਗ ਆਇਆ, ਇੱਕ ਪੈਸਾ ਉਸ ਦੇ ਹੱਥ ਲੱਗਿਆ। ਐਂਡ ਦ ਅਕਾਊਂਟ ਵਾਸ ਸਕੁਅਰਡ, ਅਤੇ ਹਿਸਾਬ ਚੁਕਤਾ ਹੋ ਗਿਆ। ਬਟ ਦੈਟ ਫੈਕਟ ਡਿਡਨਟ ਲੈਸਨ ਦ ਗਲੋ ਆਫ ਪਲੇਜ਼ਰ ਵਿਚ ਸੋ ਗੁੱਡ ਨੇਚਰਡ ਐਨ ਐਕਸ਼ਨ ਹੈਡ ਗਿਵਨ ਮੀ। ਪਰ ਇਸ ਗੱਲ ਨੇ ਵੀ ਉਸ ਆਨੰਦ ਦੇ ਭਾਵ ਨੂੰ ਬਿਲਕੁਲ ਵੀ ਘੱਟ ਨਹੀਂ ਕੀਤਾ ਜਿਹੜਾ ਆਨੰਦ ਇੱਕ ਅੱਛੀ ਨੇਚਰ ਦੇ ਬੰਦੇ ਦੇ ਕੰਮ ਨੇ ਮੈਨੂੰ ਦਿੱਤਾ ਸੀ। A few days after my most sensitive toe was trampled on rather heavily as I sat reading on the top of a bus, ਕਿ ਕੁਝ ਦਿਨ ਪਹਿਲਾਂ ਜਦੋਂ ਮੈਂ ਬੱਸ ਦੀ ਟੋਪ ਤੇ ਬੈਠਾ ਕੁਝ ਪੜ੍ਹ ਰਿਹਾ ਸੀ, ਮੇਰੇ ਪੈਰ ਦਾ ਪੰਜਾ ਕਿਸੇ ਦੁਆਰਾ ਕੁਚਲੇ ਜਾਣ ਤੋਂ ਬਾਅਦ I looked up with some anger and more agony, ਤਾਂ ਮੈਂ ਉਸ ਵੱਲ ਕੁਝ ਗੁੱਸੇ ਨਾਲ ਅਤੇ ਕੁਝ ਪੀੜਾ ਦੇ ਨਾਲ ਦੇਖਿਆ। ਐਂਡ ਸੋ ਮਾਈ ਫਰੈਂਡ ਆਫ ਦ ਚੀਅਰਫੁਲ ਕਾਊਂਟੇਨੈਂਸ, ਅਤੇ ਮੈਂ ਆਪਣੇ ਦੋਸਤ ਨੂੰ ਦੇਖਿਆ ਜਿਸ ਨੇ ਮੁਸਕਰਾਉਂਦੇ ਹੋਏ ਮੈਨੂੰ ਅਨੁਗ੍ਰਹਿ ਕੀਤਾ। ਸੌਰੀ ਸਰ, ਹੀ ਸੈਡ, ਉਸਨੇ ਕਿਹਾ ਕਿ ਸ਼੍ਰੀਮਾਨ ਜੀ ਮੈਨੂੰ ਮਾਫ ਕਰਨਾ। ਆਈ ਨੋ ਥੀਸ ਆਰ ਹੈਵੀ ਬੂਟਸ, ਮੈਨੂੰ ਪਤਾ ਹੈ ਕਿ ਇਹ ਮੇਰੇ ਬੂਟ ਬਹੁਤ ਹੈਵੀ ਹਨ। Got 'em because my own feet get trod on so much and now I'm treading on other people's। ਉਸ ਵਿਅਕਤੀ ਨੇ ਕਿਹਾ ਕਿ ਮੈਂ ਐਡੇ ਹੈਵੀ ਬੂਟਸ ਇਸ ਕਰਕੇ ਪਾਏ ਹਨ ਕਿ ਪਹਿਲ ਦੂਸਰੇ ਲੋਕ ਮੇਰੇ ਪੰਜਿਆਂ ਨੂੰ ਵੀ ਇਦਾਂ ਹੀ ਕੁਚਲ ਦਿੰਦੇ ਸਨ, ਤੇ ਅੱਜ ਕੱਲ੍ਹ ਮੈਂ ਲੋਕਾਂ ਦੇ ਪੰਜਿਆਂ ਨੂੰ ਕੁਚਲਦਾ ਫਿਰਦਾ ਹਾਂ। ਹੋਪ ਆਈ ਡਿਡਨਟ ਹਰਟ ਯੂ ਸਰ, ਕਿ ਸ਼੍ਰੀਮਾਨ ਜੀ ਮੈਨੂੰ ਉਮੀਦ ਹੈ ਕਿ ਮੈਂ ਤੁਹਾਨੂੰ ਜ਼ਿਆਦਾ ਦੁਖੀ ਨਹੀਂ ਕੀਤਾ। ਹੀ ਹੈਡ ਹਰਟ ਮੀ ਬਟ ਹੀ ਵਾਸ ਸੋ ਨਾਈਸ ਅਬਾਊਟ ਇਟ, ਉਸਨੇ ਮੈਨੂੰ ਦੁੱਖ ਤਾਂ ਪਹੁੰਚਾਇਆ ਸੀ ਪਰ ਉਹ ਇਸ ਵਿਵਹਾਰ ਲਈ ਇੰਨਾ ਕੁ ਵਧੀਆ ਸੀ ਦੈਟ ਆਈ ਅਸ਼ੋਰਡ ਹਿਮ ਹੀ ਹੈਡਨਟ, ਕਿ ਮੈਂ ਉਸ ਨੂੰ ਭਰੋਸਾ ਦਿਵਾਤਾ ਕਿ ਉਸਨੇ ਮੈਨੂੰ ਕੋਈ ਦੁੱਖ ਨਹੀਂ ਪਹੁੰਚਾਇਆ। ਆਫਟਰ ਦਿਸ ਆਈ ਬਿਗੈਨ ਟੂ ਅਬਜ਼ਰਵ ਹਿਮ ਵੈਨ ਐਵਰ ਆਈ ਬੋਰਡਡ ਹਿਸ ਬੱਸ। ਸੋ ਉਸ ਤੋਂ ਬਾਅਦ ਮੈਂ ਹਮੇਸ਼ਾ ਉਸ ਨੂੰ ਅਬਜ਼ਰਵ ਕਰਦਾ, ਉਸ ਦਾ ਨਿਰੀਖਣ ਕਰਦਾ ਜਦੋਂ ਵੀ ਮੈਂ ਉਸ ਦੀ ਬੱਸ ਵਿੱਚ ਬੈਠਦਾ। ਭਾਵ ਉਹ ਵਿਅਕਤੀ ਹੋਰ ਕੋਈ ਨਹੀਂ ਸੀ, ਉਸ ਬੱਸ ਦਾ ਕੰਡਕਟਰ ਸੀ। ਐਂਡ ਫਾਊਂਡ ਅ ਕਿਊਰੀਅਸ ਪਲੇਜ਼ਰ ਇਨ ਦ ਕੌਨਸਟੈਂਟ ਗੁੱਡ ਨੇਚਰ ਆਫ ਹਿਸ ਬੀਅਰਿੰਗ, ਅਤੇ ਉਸ ਦੇ ਅੰਦਰ ਮੌਜੂਦ ਲਗਾਤਾਰ ਚੰਗਾ ਵਿਵਹਾਰ ਦੇਖਦੇ ਹੋਏ ਜੋ ਮੈਨੂੰ ਆਨੰਦ ਮਿਲਦਾ ਸੀ, ਉਸ ਦੀ ਕਿਉਰਿਓਸਿਟੀ ਮੇਰੇ ਅੰਦਰ ਬਣੀ ਰਹਿੰਦੀ। He seemed to have an inexhaustible fund of patience and a gift for making his passengers comfortable। ਇੰਜ ਪ੍ਰਤੀਤ ਹੁੰਦਾ ਸੀ ਕਿ ਜਿਸ ਤਰ੍ਹਾਂ ਉਸ ਕੋਲ ਕਦੀ ਵੀ ਨਾ ਖਤਮ ਹੋਣ ਵਾਲਾ ਸਬਰ ਦਾ ਖਜ਼ਾਨਾ ਹੈ ਅਤੇ ਆਪਣੇ ਯਾਤਰੀਆਂ ਨੂੰ ਆਰਾਮਦਾਇਕ ਫੀਲ ਕਰਾਉਣ ਵਾਲਾ ਉਸ ਕੋਲ ਕੋਈ ਗਿਫਟ ਹੈ। I noticed, ਮੈਂ ਧਿਆਨ ਕੀਤਾ that if it was rainy, ਕਿ ਜਦੋਂ ਕਿਤੇ ਬਾਰਿਸ਼ ਹੋ ਰਹੀ ਸੀ, he would run up the stairs to give someone the tip that there was room inside। ਤਾਂ ਉਹ ਬੱਸ ਦੀਆਂ ਪੌੜੀਆਂ ਚੜ੍ਹ ਕੇ ਉੱਪਰ ਬੈਠਿਆਂ ਨੂੰ ਇਹ ਸਲਾਹ ਦੇਣ ਆ ਜਾਂਦਾ ਕਿ ਹੇਠਾਂ ਬੱਸ ਦੇ ਅੰਦਰ ਖਾਲੀ ਜਗ੍ਹਾ ਹੈ, ਉਹ ਉੱਥੇ ਆ ਸਕਦੇ ਹਨ। With old people he was as considerate as a son। ਬਜ਼ੁਰਗ ਵਿਅਕਤੀਆਂ ਦਾ ਉਹ ਇਸ ਤਰ੍ਹਾਂ ਖਿਆਲ ਰੱਖਦਾ ਸੀ ਜਿਸ ਤਰ੍ਹਾਂ ਉਹਨਾਂ ਦਾ ਬੇਟਾ ਹੋਵੇ। And with children as solicitous as a father। ਤੇ ਬੱਚਿਆਂ ਦੇ ਨਾਲ ਉਹਨਾਂ ਦੇ ਫਾਦਰ ਦੀ ਤਰ੍ਹਾਂ ਹੀ ਉਹਨਾਂ ਦੀ ਉਹ ਚਿੰਤਾ ਕਰਦਾ, ਉਹਨਾਂ ਦਾ ਧਿਆਨ ਰੱਖਦਾ। He had evidently a peculiarly warm place in his heart for young people। ਉਸ ਦੇ ਮਨ ਵਿੱਚ ਬੇਸ਼ੱਕ ਨੌਜਵਾਨ ਲੋਕਾਂ ਲਈ ਖਾਸ ਨਿੱਘੀ ਜਗ੍ਹਾ ਹੁੰਦੀ। ਐਂਡ ਆਲਵੇਜ਼ ਇੰਡਲਜਡ ਇਨ ਸਮ ਮੈਰੀ ਜੈਸਟ ਵਿਦ them। ਮੈਰੀ ਜੈਸਟ ਹੁੰਦਾ ਹਾਸਾ ਠੱਠਾ, ਅਤੇ ਉਹ ਹਮੇਸ਼ਾ ਨੌਜਵਾਨਾਂ ਦੇ ਨਾਲ ਆਪਣੇ ਆਪ ਨੂੰ ਹਾਸੇ ਠੱਠੇ ਵਿੱਚ ਇਨਵੋਲਵ ਕਰ ਲੈਂਦਾ। ਇਫ ਹੀ ਹੈਡ ਅ ਬਲਾਈਂਡ ਮੈਨ ਔਨ ਬੋਰਡ, ਜੇ ਉਸ ਬੱਸ ਵਿੱਚ ਕੋਈ ਬਲਾਈਂਡ ਮੈਨ ਹੁੰਦਾ, ਇਟ ਵਾਜ਼ ਨੋਟ ਇਨਫ ਟੂ ਸੈਟ ਹਿਮ ਡਾਊਨ ਸੇਫਲੀ ਔਨ ਦ ਪੇਵਮੈਂਟ, ਤਾਂ ਉਸ ਲਈ ਇਹ ਕਾਫੀ ਨਹੀਂ ਹੁੰਦਾ ਸੀ ਕਿ ਉਹ ਉਸ ਬਲਾਈਂਡ ਮੈਨ ਨੂੰ ਆਪਣੀ ਬੱਸ ਵਿੱਚੋਂ ਉਤਾਰ ਕੇ ਤੇ ਸਿਰਫ ਉਸ ਫੁੱਟਪਾਥ ਤੇ ਹੀ ਉਦਾਂ ਹੀ ਇਕੱਲਾ ਛੱਡ ਦੇਵੇ। ਹੀ ਵੁੱਡ ਕਾਲ ਟੂ ਬਿਲ ਇਨ ਫਰੰਟ ਟੂ ਵੇਟ ਵਾਈਲ ਹੀ ਟੁਕ ਹਿਮ ਅਕ੍ਰੋਸ ਦ ਰੋਡ ਔਰ ਰਾਊਂਡ ਦ ਕੋਰਨਰ, ਤਾਂ ਉਹ ਬਿਲ ਨੂੰ ਕਹਿੰਦਾ ਕਿ ਉਹ ਇੱਥੇ ਬੱਸ ਦੇ ਕੋਲ ਖੜੇ ਹੋ ਕੇ ਵੇਟ ਕਰੇ ਜਦ ਤੱਕ ਉਹ ਉਸ ਅੰਨੇ ਵਿਅਕਤੀ ਨੂੰ ਰੋਡ ਕ੍ਰੋਸ ਕਰਾਉਂਦਾ ਹੈ ਜਾਂ ਦੂਸਰੇ ਕੋਨੇ ਤੱਕ ਪਹੁੰਚਾਉਂਦਾ ਹੈ, ਔਰ otherwise safely on his way, ਤੇ ਜਾਂ ਫਿਰ ਉਸ ਨੂੰ ਸੁਰੱਖਿਅਤ ਉਸ ਦੇ ਰਸਤੇ ਤੋਰ ਦਿੰਦਾ ਹੈ। In short,
ਸੰਖੇਪ ਵਿੱਚ I found that he irradiated such an atmosphere ਕਿ ਉਹ ਅਜਿਹਾ ਵਾਤਾਵਰਣ ਪ੍ਰਕਾਸ਼ਿਤ ਕਰ ਦਿੰਦਾ, ਅਜਿਹਾ ਵਾਤਾਵਰਣ ਪੈਦਾ ਕਰ ਦਿੰਦਾ of good temper and kindliness ਜੋ ਕਿ ਚੰਗੇ ਸੁਭਾਅ ਅਤੇ ਦਿਆਲਤਾ ਵਾਲਾ ਹੁੰਦਾ that a journey with him was a lesson in natural courtesy and good manners ਕਿ ਉਸ ਦੇ ਨਾਲ ਯਾਤਰਾ ਕਰਨਾ ਇੱਕ ਲੈਸਨ ਵਾਂਗ ਹੁੰਦਾ। ਕਿਹੜਾ ਲੈਸਨ? ਜੋ ਕਿ ਕੁਦਰਤੀ ਨਿਮਰਤਾ ਦਿਖਾਉਣ ਵਾਲਾ ਅਤੇ ਚੰਗੇ ਤੌਰ ਤਰੀਕਿਆਂ ਵਾਲਾ ਹੁੰਦਾ। What struck me particularly was the care which he got through his work. ਜਿਹੜੀ ਚੀਜ਼ ਖਾਸ ਕਰਕੇ ਮੈਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੀ ਸੀ ਉਹ ਇਹ ਸੀ ਕਿ ਉਸ ਨੂੰ ਵੀ ਪਬਲਿਕ ਦੀ ਕਿੰਨੀ ਕੇਅਰ ਮਿਲਦੀ ਸੀ, ਆਦਰ ਸਤਿਕਾਰ ਮਿਲਦਾ ਸੀ, ਭਾਵ ਪਬਲਿਕ ਵੀ ਉਹਦੇ ਵੱਲ ਪੂਰਾ ਧਿਆਨ ਦਿੰਦੀ ਸੀ। If bad manners are infectious, ਜੇ ਬੁਰੇ ਤੌਰ ਤਰੀਕੇ ਸੰਕਰਮਣ ਵਾਲੇ, ਸੰਚਾਰ ਕਰਨ ਵਾਲੇ, ਭਾਵ ਇੱਕ ਤੋਂ ਦੂਜੇ ਨੂੰ ਫੈਲਣ ਵਾਲੇ ਹੁੰਦੇ ਹਨ, so also are good manners ਤੇ ਚੰਗੇ ਤੌਰ ਤਰੀਕੇ ਵੀ ਉਸੇ ਤਰ੍ਹਾਂ ਹੀ ਹੁੰਦੇ ਹਨ। If we counter incivility, ਜੇ ਅਸੀਂ ਅਪੱਧਰਤਾ ਦਾ ਸਾਹਮਣਾ ਕਰਦੇ ਹਾਂ, most of us are apt to become uncivil, ਤਾਂ ਸਾਡੇ ਵਿੱਚੋਂ ਕਈ ਸਾਰੇ ਅਨਸਿਵਲ ਬਣਨ ਲਈ ਤਤਪਰ ਹੋ ਜਾਂਦੇ ਹਨ। ਬਟ ਇਟ ਇਜ਼ ਐਨ ਅਨਯੂਜ਼ਲੀ ਅਨਕੌਥ ਪਰਸਨ ਹੂ ਕੈਨ ਬੀ ਡਿਸਅਗਰੀਏਬਲ ਵਿਦ ਸਨੀ ਪੀਪਲ। ਪਰ ਇਹ ਇੱਕ ਅਜੀਬ ਜਿਹਾ ਹੀ ਅਸ਼ਿਸ਼ਟ ਵਿਅਕਤੀ ਹੈ ਜੋ ਕਿ ਅੱਛੇ ਸੁਭਾਅ ਵਾਲੇ ਲੋਕਾਂ ਦੇ ਨਾਲ ਅਸਹਿਮਤ ਹੋ ਸਕਦਾ ਹੈ। ਭਾਵ ਜਦੋਂ ਸਾਨੂੰ ਕੋਈ ਗੁਸਤਾਖ ਵਿਅਕਤੀ ਮਿਲਦਾ ਹੈ ਤਾਂ ਸਾਡੇ ਵਿੱਚੋਂ ਕਈ ਉਸ ਨਾਲ ਗੁਸਤਾਖੀ ਭਰਿਆ ਵਿਵਹਾਰ ਕਰਨ ਲਈ ਤਤਪਰ ਹੋ ਜਾਂਦੇ ਹਨ, ਤਿਆਰ ਹੋ ਜਾਂਦੇ ਹਨ। ਪਰ ਇਹ ਕੋਈ ਗਵਾਰ ਵਿਅਕਤੀ ਹੀ ਹੋਏਗਾ ਜੋ ਚੰਗੇ ਲੋਕਾਂ ਦੇ ਨਾਲ ਵੀ ਗੁਸਤਾਖੀ ਭਰਿਆ ਵਿਵਹਾਰ ਕਰੇ। It is with manners as with the weather ਕਿ manners ਅਤੇ weather ਭਾਵ ਸਾਡੇ ਤੌਰ ਤਰੀਕੇ ਅਤੇ ਮੌਸਮ ਇੱਕ ਤਰ੍ਹਾਂ ਨਾਲ ਇੱਕੋ ਜਿਹੇ ਹੀ ਹੁੰਦੇ ਹਨ। Nothing clears up my spirits like a fine day, said Keats. ਕੀਟਸ ਨੇ ਕਿਹਾ ਸੀ ਕਿ ਮੇਰੀ ਆਤਮਾ ਨੂੰ ਹੋਰ ਵਧੀਆ ਇੱਕ ਅੱਛਾ ਦਿਨ ਹੀ ਬਣਾ ਸਕਦਾ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ ਬਣਾਉਂਦਾ। And a cheerful person descends on even the gloomiest of us with something of the benediction of a fine day. ਅਤੇ ਜੇ ਸਾਡੇ ਵਿੱਚੋਂ ਕੋਈ gloomiest ਹੋਵੇ, ਭਾਵ ਬਹੁਤ ਜ਼ਿਆਦਾ ਦੁਖੀ ਹੋਵੇ, ਦੁੱਖ ਦੇ ਹਨੇਰੇ ਵਿੱਚ ਗਰਸਿਆ ਹੋਵੇ, ਤਾਂ ਅਜਿਹਾ cheerful person ਉਸ ਦੀ ਆਤਮਾ ਦੇ ਵਿੱਚ ਉਤਰ ਕੇ, ਉਸ ਦੇ ਮਨ ਵਿੱਚ ਉਤਰ ਕੇ ਉਸ ਨੂੰ ਵੀ ਉਸ ਸੁਹਾਵਣੇ ਦਿਨ ਵਾਂਗ ਪ੍ਰਸੰਨ ਚਿੱਤ ਹੋਣ ਦਾ ਆਸ਼ੀਰਵਾਦ ਦੇ ਦਿੰਦਾ ਹੈ। So it was always fine weather on the polite conductor's bus. ਸੋ ਇਸ ਤਰ੍ਹਾਂ ਉਸ ਨਿਮਰਤਾ ਵਾਲੇ ਬੱਸ ਕੰਡਕਟਰ ਦੀ ਬੱਸ ਵਿੱਚ ਹਮੇਸ਼ਾ ਇੱਕ ਅੱਛਾ ਮੌਸਮ ਹੁੰਦਾ ਸੀ। ਹਿਜ਼ ਓਨ ਐਕਟੀਵਿਟੀ, ਉਹ ਮੌਸਮ ਕਿਹੜਾ ਸੀ? ਉਸ ਦੀ ਆਪਣੀ ਹੀ ਕਿਰਿਆ, ਭਾਵ ਜੋ ਉਹ ਬੋਲਦਾ ਸੀ, ਜੋ ਕਰਦਾ ਸੀ, ਉਹ ਕੀ ਬਣਾਉਂਦਾ ਸੀ? ਇੱਕ ਅੱਛਾ ਮੌਸਮ। ਹਿਜ਼ ਕੰਸੀਲੀਏਟਰੀ ਐਡਰੈਸ ਐਂਡ ਗੁੱਡ ਹਿਊਮਰਡ ਬੀਅਰਿੰਗ ਇਨਫੈਕਟਡ ਹਿਜ਼ ਪੈਸੇਂਜਰਸ, ਅਤੇ ਉਸ ਦਾ ਮਿੱਤਰਤਾਪੂਰਨ ਸੰਬੋਧਨ ਕਰਨਾ ਅਤੇ ਹਾਸੇ ਠੱਠੇ ਨਾਲ ਗੱਲ ਕਰਨਾ, ਇਹ ਸੱਚਮੁੱਚ ਹੀ ਉਸ ਦੇ ਯਾਤਰੀਆਂ ਦੇ ਵਿੱਚ ਇੱਕ ਅੱਛੀ ਊਰਜਾ ਦਾ ਸੰਚਾਰਨ ਕਰਦਾ ਸੀ। ਇਨ ਲਾਈਟਨਿੰਗ देयर ਸਪਿਰਿਟਸ ਹੀ ਲਾਈਟਨਡ ਹਿਜ਼ ਓਨ ਟਾਸਕ, ਦੂਜਿਆਂ ਦੀਆਂ ਆਤਮਾਵਾਂ ਨੂੰ ਰੁਸ਼ਨਾਉਂਦੇ ਹੋਏ ਉਸਨੇ ਆਪਣੇ ਕੰਮ ਨੂੰ ਵੀ ਰੁਸ਼ਨਾਇਆ। ਹਿਜ਼ ਗੇਇਟੀ ਵਾਸ ਨੋਟ ਅ ਵੇਸਟਫੁਲ ਲਗਜ਼ਰੀ ਬਟ ਅ ਸਾਊਂਡ ਇਨਵੈਸਟਮੈਂਟ, ਉਸਦਾ ਉਸ ਬੱਸ ਵਿੱਚ ਪੈਦਾ ਕੀਤਾ ਹੋਇਆ ਉਲਾਸ, ਆਨੰਦ, ਇਹ ਕੋਈ ਵੇਸਟਫੁਲ ਲਗਜ਼ਰੀ ਨਹੀਂ ਸੀ, ਭਾਵ ਕੋਈ ਫालतू ਜਿਹੀ ਚੀਜ਼ ਨਹੀਂ ਸੀ, ਪਰ ਇੱਕ ਬਹੁਤ ਤਗੜੀ ਇਨਵੈਸਟਮੈਂਟ ਸੀ। ਆਈ ਹੈਵ ਮਿਸਡ ਹਿਮ ਫਰੋਮ ਮਾਈ ਬੱਸ ਰੂਟ ਆਫ ਲੇਟ, ਕਿ ਮੈਂ ਕੁਝ ਦੇਰ ਬਾਅਦ ਉਸਨੂੰ ਆਪਣੇ ਬੱਸ ਰੂਟ ਤੋਂ ਮਿਸ ਹੋਇਆ ਦੇਖਿਆ, ਭਾਵ ਉੱਥੇ ਨਹੀਂ ਸੀ। ਬਟ ਆਈ ਹੋਪ ਦੈਟ ਓਨਲੀ ਮੀਨਸ ਦੈਟ ਹੀ ਹੈਜ਼ ਕੈਰੀਡ ਹਿਜ਼ ਸਨਸ਼ਾਈਨ ਔਨ ਟੂ ਅਨਦਰ ਰੋਡ, ਪਰ ਮੈਂ ਆਸ ਕਰਦਾ ਹਾਂ ਕਿ ਉਸੇ ਤਰੀਕੇ ਨਾਲ ਆਪਣਾ ਉਜਾਲਾ ਲੈ ਕੇ ਕਿਸੇ ਹੋਰ ਰੂਟ ਤੇ ਜ਼ਰੂਰ ਬਿਖੇਰਦਾ ਹੋਵੇਗਾ, ਭਾਵ ਦੂਜੇ ਯਾਤਰੀਆਂ ਨੂੰ ਸੁਖਦ ਅਨੁਭਵ ਜ਼ਰੂਰ ਕਰਾਉਂਦਾ ਹੋਵੇਗਾ। ਇਟ ਕੈਨ ਨਾਟ ਬੀ ਟੂ ਵਾਈਡਲੀ ਡਿਫਿਊਜ਼ਡ ਇਨ ਅ ਰੈਦਰ ਡਰੈਬ ਵਰਲਡ, ਇਹ ਬਲਕਿ ਇਸ ਨੀਰਸ ਦੁਨੀਆ ਦੇ ਵਿੱਚ ਜ਼ਿਆਦਾ ਤਾਂ ਨਹੀਂ ਫੈਲ ਸਕਦਾ। ਐਂਡ ਆਈ ਮੇਕ ਨੋ ਅਪੋਲੋਜਾਈਜ਼, ਅਤੇ ਮੈਂ ਕੋਈ ਮਾਫੀ ਵੀ ਨਹੀਂ ਮੰਗਦਾ ਫॉर ਰਾਈਟਿੰਗ ਅ ਪੈਨੇਜਰਿਕ ਔਨ ਐਨ ਅਨਨੋਨ ਬੱਸ ਕੰਡਕਟਰ, ਕਿ ਮੈਂ ਇੱਕ ਅਣਪਛਾਤੇ ਬੱਸ ਕੰਡਕਟਰ ਦੇ ਗੁਣ ਗਾਨ ਵਿੱਚ ਲਿਖਿਆ ਹੈ। If Wordsworth could gather lessons of wisdom from the poor leech gatherer, leech ਹੁੰਦਾ ਜੌਂਕ, gatherer ਇਕੱਠਾ ਕਰਨ ਵਾਲੇ, ਕਿ ਜੇ ਵਿਲੀਅਮ ਵਰਡਸਵਰਥ ਜੌਂਕਾਂ ਨੂੰ ਇਕੱਠਾ ਕਰਨ ਵਾਲੇ ਇੱਕ ਗਰੀਬ ਦੇ ਕੋਲ ਸਿਆਣਪ ਦੇ ਪਾਠ ਲੈ ਸਕਦਾ ਹੈ,
On the lonely moor ਹੁੰਦਾ ਦਲਦਲੀ ਜ਼ਮੀਨ, ਜੰਗਲ ਨੂੰ ਵੀ ਮੋਰ ਕਹਿ ਦਿੰਦੇ ਨੇ। I see no reason ਕਿ ਮੈਨੂੰ ਇਸ ਵਿੱਚ ਕੋਈ ਕਾਰਨ ਨਹੀਂ ਲੱਭਦਾ why lesser people should not take lessons ਕਿ ਕੁਝ ਕੁ ਲੋਕਾਂ ਨੂੰ ਕਿਉਂ ਨਹੀਂ ਲੈਸਨ ਸਿੱਖਣਾ ਚਾਹੀਦਾ। In conduct from ਕਿ ਕਿਸੇ ਵਿਅਕਤੀ ਦੇ ਵਿਵਹਾਰ ਦੇ ਵਿੱਚੋਂ one who shows how very modest calling ਕਿ ਜੇ ਕਿਸੇ ਨੂੰ ਕੋਈ ਸਧਾਰਨ ਰੂਪ ਨਾਲ ਬੁਲਾਉਂਦਾ ਹੈ may be dignified by good temper and kindly feeling ਤਾਂ ਉਸ ਸਧਾਰਨ ਰੂਪ ਨਾਲ ਵੀ ਕੀਤੀ ਹੋਈ ਗੱਲ ਨੂੰ ਕਿੱਦਾਂ ਅਸੀਂ ਆਪਣੇ ਅੱਛੇ ਸੁਭਾਅ ਦੇ ਨਾਲ ਅਤੇ ਦਿਆਲਤਾ ਭਰੀ ਫੀਲਿੰਗ ਦੇ ਨਾਲ ਵਧੀਆ ਬਣਾ ਸਕਦੇ ਹਾਂ। ਸੋ ਇਹਨਾਂ ਲਾਈਨਾਂ ਵਿੱਚ ਕਹਿਣ ਦਾ ਯਤਨ ਕੀਤਾ ਗਿਆ ਹੈ ਕਿ ਜਿੱਦਾਂ ਵਿਲੀਅਮ ਵਰਡਸਵਰਥ ਨੇ ਔਨ ਦਾ ਲੋਨਲੀ ਮੋਰ ਲਿਖੀ ਸੀ, ਜਿਹਦੇ ਵਿੱਚ ਉਹਨਾਂ ਨੂੰ ਇੱਕ ਜੌਂਕਾਂ ਇਕੱਠੀਆਂ ਕਰਨ ਵਾਲੇ ਵਿਅਕਤੀ ਕੋਲੋਂ ਕੁਝ ਗਿਆਨ ਦੀ ਗੱਲ ਸਿੱਖਣ ਨੂੰ ਮਿਲਦੀ ਹੈ। ਉਸੇ ਹੀ ਉਦਾਹਰਣ ਦਾ ਸਹਾਰਾ ਲੈਂਦੇ ਹੋਏ ਏਜੀ ਗਾਰਡਨਰ ਕਹਿੰਦੇ ਹਨ ਤਾਂ ਅਸੀਂ ਵੀ ਕਿਉਂ ਨਹੀਂ ਸਾਡੇ ਸਮਾਜ ਵਿੱਚ ਮੌਜੂਦ ਉਸੇ ਤਰ੍ਹਾਂ ਦੇ ਵਿਅਕਤੀਆਂ ਕੋਲੋਂ ਕੋਈ ਪਾਠ ਨਹੀਂ ਸਿੱਖ ਸਕਦੇ, ਕੋਈ ਗੱਲ ਨਹੀਂ ਸਿੱਖ ਸਕਦੇ। ਭਾਵ ਉਹਨਾਂ ਦੁਆਰਾ ਕਹੀਆਂ ਗਈਆਂ ਛੋਟੀਆਂ-ਛੋਟੀਆਂ ਗੱਲਾਂ ਵਿੱਚ ਮਹਾਨਤਾ ਦੇ ਭਾਵ ਕਿਉਂ ਨਹੀਂ ਲੱਭ ਸਕਦੇ। It is a matter of general agreement that the war has had a chilling effect upon those little everyday civilities of behavior that sweeten the general air। ਹੁਣ ਇਹਨਾਂ ਲਾਈਨਾਂ ਵਿੱਚ ਵਿਸ਼ਵ ਯੁੱਧ ਤੋਂ ਬਾਅਦ ਜੋ ਹਾਲਾਤ ਪੈਦਾ ਹੋਏ ਸੀ ਉਹਨਾਂ ਦਾ ਜ਼ਿਕਰ ਕੀਤਾ ਗਿਆ ਹੈ ਕਿ ਇਹ ਗੱਲ ਤਾਂ ਹੁਣ ਸਰਬਸੰਮਤੀ ਨਾਲ ਸਾਰੇ ਮੰਨਦੇ ਹਨ ਕਿ ਜੋ ਸ਼ਿਸ਼ਟਾਚਾਰ, ਜੋ ਵਧੀਆ ਤੌਰ ਤਰੀਕੇ ਪਹਿਲਾਂ ਅਪਣਾਏ ਜਾਂਦੇ ਸਨ, ਭਾਵ ਵਾਰ ਤੋਂ ਪਹਿਲਾਂ ਜੋ ਲੋਕੀ ਇੱਕ ਦੂਜੇ ਨੂੰ ਵਧੀਆ ਤਰੀਕੇ ਨਾਲ ਮਿਲਦੇ ਸਨ, ਇੱਕ ਦੂਜੇ ਨਾਲ ਵਧੀਆ ਤਰੀਕੇ ਨਾਲ ਬੋਲਦੇ ਸਨ, ਜਿਹਦੇ ਨਾਲ ਉੱਥੋਂ ਦਾ ਮਾਹੌਲ ਬਹੁਤ ਵਧੀਆ ਰਹਿੰਦਾ ਸੀ, ਉਸ ਸਾਰੇ ਮਿੱਠੇ ਮਾਹੌਲ ਨੂੰ ਇਸ ਵਰਲਡ ਵਾਰ ਨੇ ਠੰਡਾ ਕਰ ਦਿੱਤਾ ਹੈ। ਭਾਵ ਲੋਕਾਂ ਦੇ ਤੌਰ ਤਰੀਕਿਆਂ ਵਿੱਚ, ਸ਼ਿਸ਼ਟਤਾ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। We must get those civilities back। ਸਾਨੂੰ ਉਹ ਸ਼ਿਸ਼ਟਤਾ ਵਾਪਸ ਲੈ ਕੇ ਆਉਣੀ ਚਾਹੀਦੀ ਹੈ if we are to make life kindly ਜੇ ਅਸੀਂ ਜ਼ਿੰਦਗੀ ਨੂੰ ਦਿਆਲਤਾ ਭਰਪੂਰ ਬਣਾਉਣਾ ਚਾਹੁੰਦੇ ਹਾਂ and tolerable for each other ਅਤੇ ਜ਼ਿੰਦਗੀ ਨੂੰ ਇੱਕ ਦੂਜੇ ਨੂੰ ਬਰਦਾਸ਼ਤ ਕਰਨ ਵਾਲੀ ਬਣਾਉਣਾ ਚਾਹੁੰਦੇ ਹਾਂ। We cannot get them back by invoking the law। ਅਸੀਂ ਇਹੋ ਜਿਹੀ ਅੱਛੀ ਲਾਈਫ ਨੂੰ ਕਿਸੇ ਕਾਨੂੰਨ ਨੂੰ ਬਣਾ ਕੇ ਨਹੀਂ ਵਾਪਸ ਪ੍ਰਾਪਤ ਕਰ ਸਕਦੇ। The policeman is a necessary symbol। ਇੱਕ ਪੁਲਿਸ ਵਾਲਾ ਵਿਅਕਤੀ ਇੱਕ ਜ਼ਰੂਰੀ ਚਿੰਨ੍ਹ ਹੈ, ਸੰਕੇਤ ਹੈ and the law is a necessary institution for a society। ਅਤੇ ਕਾਨੂੰਨ ਸਮਾਜ ਦੀ ਇੱਕ ਜ਼ਰੂਰੀ ਸੰਸਥਾ ਹੈ that is still somewhat lower than the angels ਜਿਹੜੀ ਕਿ ਅਜੇ ਵੀ ਕਿਸੇ ਹੱਦ ਤੱਕ ਫਰਿਸ਼ਤਿਆਂ ਤੋਂ ਥੱਲੇ ਹੀ ਹੈ। ਭਾਵ ਜੋ ਨੈਤਿਕ ਕਦਰਾਂ ਕੀਮਤਾਂ ਹਨ ਉਹ ਕਾਨੂੰਨ ਤੋਂ ਵੀ ਉੱਪਰ ਦੀ ਜਗ੍ਹਾ ਰੱਖਦੀਆਂ ਹਨ। ਬਟ ਦ ਲਾਅ ਕੈਨ ਓਨਲੀ ਪ੍ਰੋਟੈਕਟ ਅਸ ਅਗੇਂਸਟ ਮਟੀਰੀਅਲ ਅਟੈਕ। ਪਰ ਕਾਨੂੰਨ ਸਾਡੀ ਰੱਖਿਆ ਸਿਰਫ ਪਦਾਰਥਕ ਹਮਲੇ ਦੇ ਵਿਰੁੱਧ ਹੀ ਕਰ ਸਕਦਾ ਹੈ। nor will the liftman's way of meeting moral affront by physical violence help us to restore the civilities। ਅਤੇ ਨਾ ਹੀ ਅਸੀਂ ਸ਼ਿਸ਼ਟਤਾ ਨੂੰ, ਭਾਵ ਚੰਗੇ ਤੌਰ ਤਰੀਕਿਆਂ ਨੂੰ, ਚੰਗੇ ਵਿਵਹਾਰ ਨੂੰ ਉਸ ਲਿਫਟਮੈਨ ਦੁਆਰਾ ਕੀਤੀ ਗਈ ਸਰੀਰਕ ਹਿੰਸਾ ਕਰਕੇ, ਕਿਸੇ ਦਾ ਨੈਤਿਕ ਅਪਮਾਨ ਕਰਕੇ ਸ਼ਿਸ਼ਟਤਾ ਨੂੰ ਵਾਪਸ ਨਹੀਂ ਹਾਸਲ ਕਰ ਸਕਦੇ। I suggest to him ਮੈਂ ਉਸ ਨੂੰ ਸਲਾਹ ਦਿੰਦਾ ਹਾਂ that he would have had a more subtle and effective revenge ਕਿ ਉਹ ਉਸ ਤੋਂ ਜ਼ਿਆਦਾ ਜਟਿਲ ਬਦਲਾ ਲੈ ਸਕਦਾ ਸੀ if he had treated the gentleman ਜੇ ਉਹ ਉਸ ਪੱਧਰ ਪੁਰਸ਼ ਨਾਲ ਵਿਵਹਾਰ ਕਰਦਾ who would not say please ਜਿਸਨੇ ਉਸ ਨੂੰ ਪਲੀਜ਼ ਨਹੀਂ ਕਿਹਾ ਸੀ with elaborate politeness ਕਿ ਉਸ ਨਾਲ ਵਿਆਪਕ ਨਿਮਰਤਾ ਦੇ ਨਾਲ ਉਹ ਪੇਸ਼ ਆਂਦਾ ਤੇ ਉਹਨੂੰ ਆਪਣੇ ਆਪ ਫੀਲ ਹੋਣਾ ਸੀ ਕਿ ਮੈਂ ਜੋ ਕੀਤਾ ਗਲਤ ਕੀਤਾ, ਕਿ ਇੱਕ ਲਿਫਟਮੈਨ ਜਿਹੜਾ ਹੈ ਮੇਰੇ ਨਾਲ ਇੰਨੇ ਪਿਆਰ ਨਾਲ ਬੋਲ ਰਿਹਾ ਤੇ ਮੈਂ ਉਸ ਨੂੰ ਪਲੀਜ਼ ਨਹੀਂ ਕਿਹਾ। ਸ਼ਾਇਦ ਇਹ ਤਰੀਕੇ ਦੇ ਨਾਲ ਉਸ ਨੂੰ ਜ਼ਿਆਦਾ ਫੀਲ ਹੋਣਾ ਸੀ ਤੇ ਸ਼ਾਇਦ ਇਸ ਤਰੀਕੇ ਦੇ ਨਾਲ ਉਸ ਦੀ ਸ਼ਿਸ਼ਟਤਾ, ਉਸ ਦੀ ਸਿਵਿਲਿਟੀਜ਼ ਜਿਹੜੀ ਉਹ ਆਪਾਂ ਵਾਪਸ ਲੈ ਕੇ ਆ ਸਕਦੇ ਸੀ। He would have had the victory ਉਸ ਦੀ ਜਿੱਤ ਹੋਣੀ ਸੀ not only over the boor ਨਾ ਹੀ ਕੇਵਲ ਉਸ ਅਸਭ्य ਵਿਅਕਤੀ ਦੇ ਉੱਪਰ ਉਸ ਦੀ ਜਿੱਤ ਹੋਣੀ ਸੀ but over himself
ਪਰ ਉਸਦੀ ਆਪਣੇ ਆਪ ਦੇ ਉੱਪਰ ਵੀ ਜਿੱਤ ਹੋਣੀ ਸੀ ਐਂਡ that is the victory that counts ਅਤੇ ਇਹ ਉਹ ਜਿਹੀ ਜਿੱਤ ਹੋਣੀ ਸੀ ਜਿਹੜੀ ਮੰਨੀ ਜਾਂਦੀ ਕਿ ਹਾਂ ਉਹ ਜਿੱਤ ਗਿਆ ਹੈ। The polite man may lose the material advantage ਨਮਰ ਵਿਅਕਤੀ ਹੋ ਸਕਦਾ ਹੈ ਕਿ ਉਹ ਕਿਸੇ ਤਰ੍ਹਾਂ ਦੇ ਪਦਾਰਥਕ ਲਾਭ ਤੋਂ ਵਾਂਝਾ ਰਹਿ ਜੇ ਬਟ ਹੀ ਆਲਵੇਜ਼ ਹੈਜ਼ ਦਾ ਸਪਿਰਚੁਅਲ ਵਿਕਟਰੀ ਪਰ ਉਸ ਦੀ ਆਤਮਿਕ ਤੌਰ ਤੇ ਜਿੱਤ ਹਮੇਸ਼ਾ ਹੁੰਦੀ ਹੈ। ਆਈ ਕਮੈਂਡ ਟੂ ਦ ਲਿਫਟਮੈਨ ਅ ਸਟੋਰੀ ਆਫ ਚੈਸਟਰਫੀਲਡ ਕਿ ਮੈਂ ਉਸ ਲਿਫਟਮੈਨ ਨੂੰ ਚੈਸਟਰਫੀਲਡ ਦੀ ਸਟੋਰੀ ਪੜ੍ਹਨ ਲਈ ਸਿਫਾਰਿਸ਼ ਕਰਦਾ ਹਾਂ। ਇਨ ਹਿਸ ਟਾਈਮ ਦ ਲੰਡਨ ਸਟਰੀਟਸ ਵਰ ਵਿਦਆਊਟ ਦ ਪੇਮੈਂਟਸ ਆਫ ਟੁਡੇ ਉਸ ਦੇ ਸਮੇਂ ਵਿੱਚ ਲੰਡਨ ਦੀਆਂ ਗਲੀਆਂ ਬਿਨਾਂ ਫੁੱਟਪਾਥਾਂ ਦੇ ਹੁੰਦੀਆਂ ਸਨ ਐਂਡ ਦ ਮੈਨ ਹੂ ਟੁੱਕ ਦ ਵਾਲ ਅਤੇ ਜਿਹੜਾ ਵਿਅਕਤੀ ਉਸ ਗਲੀ ਦੀ ਦੀਵਾਰ ਦੇ ਨਾਲ ਚੱਲਦਾ ਸੀ ਹੈਡ ਦ ਡਰਾਈਐਸਟ ਫੁਟਿੰਗ ਤੇ ਉਸ ਦੇ ਪੈਰ ਸਭ ਤੋਂ ਸੁੱਕੇ ਰਹਿੰਦੇ ਸਨ। ਆਈ ਨੈਵਰ ਗਿਵ ਦ ਵਾਲ ਟੂ ਅ ਸਕਾਊਂਡਰਲ ਮੈਂ ਕਦੀ ਵੀ ਕਿਸੇ ਦੁਸ਼ਟ ਵਿਅਕਤੀ ਨੂੰ ਇਸ ਵਾਲ ਦੇ ਨਾਲ ਚੱਲਣ ਨਹੀਂ ਦਿੰਦਾ। said a man who met Chesterfield one day in the street ਇੱਕ ਦਿਨ ਗਲੀ ਵਿੱਚ ਚੈਸਟਰਫੀਲਡ ਨੂੰ ਮਿਲੇ ਇੱਕ ਵਿਅਕਤੀ ਨੇ ਚੈਸਟਰਫੀਲਡ ਨੂੰ ਕਿਹਾ ਕਿ ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਲੰਡਨ ਦੇ ਵਿੱਚ ਬਾਰਿਸ਼ ਬਹੁਤ ਹੁੰਦੀ ਹੈ ਤੇ ਉਦੋਂ ਉਸ ਟਾਈਮ ਉੱਥੇ ਕੋਈ ਪੇਵਮੈਂਟਸ ਨਹੀਂ ਹੁੰਦੇ ਸੀ, ਫੁੱਟਪਾਥ ਨਹੀਂ ਹੁੰਦੇ ਸੀ ਲੋਕਾਂ ਦੇ ਚੱਲਣ ਲਈ, ਲੋਕਾਂ ਨੂੰ ਇਸ ਤਰ੍ਹਾਂ ਗਲੀਆਂ ਵਿੱਚ ਹੀ ਚੱਲਣਾ ਪੈਂਦਾ ਸੀ। ਸੋ ਗਲੀਆਂ ਦਾ ਉਹ ਸਿਰਾ ਜਿੱਥੇ ਦੀਵਾਰ ਹੁੰਦੀ ਸੀ ਉੱਥੇ ਉਹ ਸੁੱਕੀਆਂ ਹੁੰਦੀਆਂ ਸੀ ਸੜਕਾਂ ਤੇ ਵਿਚਕਾਰ ਪਾਣੀ ਤੇ ਚਿੱਕੜ ਖੜਾ ਹੁੰਦਾ ਸੀ। ਸੋ ਇੱਕ ਬੰਦਾ ਦੂਸਰੇ ਪਾਸਿਓਂ ਆ ਰਿਹਾ ਤੇ ਇੱਧਰੋਂ ਚੈਸਟਰਫੀਲਡ ਆ ਰਿਹਾ ਤੇ ਜਦੋਂ ਦੋਨੋਂ ਇੱਕ ਦੂਜੇ ਦੇ ਸਾਹਮਣੇ ਆਏ ਤਾਂ ਦੂਸਰਾ ਵਿਅਕਤੀ ਥੋੜੀ ਜਿਹੀ ਗੁੰਡਾਗਰਦੀ ਚੈਸਟਰਫੀਲਡ ਨੂੰ ਦਿਖਾਉਣ ਲੱਗ ਗਿਆ ਤੇ ਚੈਸਟਰਫੀਲਡ ਨੂੰ ਕਹਿਣ ਲੱਗ ਗਿਆ ਕਿ ਉਹ ਦੁਸ਼ਟਾਂ ਲਈ ਭਾਵ ਬੁਰੇ ਲੋਕਾਂ ਲਈ ਕਮੀਆਂ ਲਈ ਉਹ ਜਗ੍ਹਾ ਨਹੀਂ ਛੱਡਦਾ, ਭਾਵ ਉਹ ਚੈਸਟਰਫੀਲਡ ਨੂੰ ਲੰਘਣ ਲਈ ਦੀਵਾਰ ਵਾਲਾ ਪਾਸਾ ਨਹੀਂ ਛੱਡੇਗਾ। I always do, said Chesterfield. ਤਾਂ ਚੈਸਟਰਫੀਲਡ ਨੇ ਬੜੇ ਵਧੀਆ ਤਰੀਕੇ ਨਾਲ ਕਿਹਾ I always do ਕਿ ਮੈਂ ਤਾਂ ਸਕਾਊਂਡਰਲ ਵਾਸਤੇ ਭਾਵ ਦੁਸ਼ਟ ਵਾਸਤੇ ਜਗ੍ਹਾ ਛੱਡ ਦਿੰਦਾ ਹਾਂ। ਸਟੈਪਿੰਗ ਵਿਦ ਦ ਬੋ ਇਨਟੂ ਦ ਰੋਡ ਤਾਂ ਉਹ ਆਪਣੇ ਹੱਥ ਵਿੱਚ ਫੜੇ ਉਸ ਗੱਜ ਦੇ ਨਾਲ ਉਸ ਚਿੱਕੜ ਵਾਲੀ ਰੋਡ ਤੇ ਜੰਪ ਮਾਰਦੇ ਹਨ ਤੇ ਦੂਜੇ ਪਾਸੋਂ ਦੀ ਲੰਘ ਜਾਂਦੇ ਹਨ। I hope the liftman will agree that his revenge was much more sweet than if he had flung the fellow into the mud. ਮੇਰੇ ਖਿਆਲ ਵਿੱਚ ਲਿਫਟਮੈਨ ਨੂੰ ਜ਼ਰੂਰ ਸਮਝ ਆ ਗਿਆ ਹੋਵੇਗਾ ਕਿ ਚੈਸਟਰਫੀਲਡ ਦਾ ਗੱਲਾਂ ਦੇ ਵਿੱਚ ਦੂਸਰੇ ਵਿਅਕਤੀ ਨੂੰ ਸਕਾਊਂਡਰਲ ਕਹਿ ਦੇਣਾ ਤੇ ਇਹ ਕਹਿ ਕੇ ਉਸ ਦੇ ਲੰਘਣ ਲਈ ਜਗ੍ਹਾ ਵੀ ਛੱਡ ਦੇਣੀ। ਸੋ ਚੈਸਟਰਫੀਲਡ ਦੁਆਰਾ ਲਿਆ ਗਿਆ ਇਹ ਬਦਲਾ ਸ਼ਾਇਦ ਇਸ ਗੱਲ ਤੋਂ ਜ਼ਿਆਦਾ ਵਧੀਆ ਹੈ ਕਿ ਜੇ ਚੈਸਟਰਫੀਲਡ ਗੁੱਸੇ ਵਿੱਚ ਆ ਕੇ ਆਪਣੇ ਸਾਹਮਣੇ ਆਏ ਵਿਅਕਤੀ ਨੂੰ ਚਿੱਕੜ ਦੇ ਵਿੱਚ ਧੱਕਾ ਮਾਰ ਦਿੰਦਾ।